आखिर ये इतिहास सिरजिया जा रहा, जरा तक उस वाल ध्यान मारीए। मैं दसना चाहांगी कि पहला हुण तो जिन्ने भी औरतां वल्लों विढ़े संघर्ष दुनिया भर विच सन, जे आपां उन्हां नूं थोड़ा बहुत उन्हां बारे जानकारी लईए तां समझ आएगी कि मौजूदा संघर्ष क्यों उन्हां सारे इन संघर्षां नूं जो औरतां वल्लों विढ़े गए सन उन्हां नूं किवें ਇਹ ਉਹਨਾਂ ਤੋਂ ਕਈ ਗੁਣਾ ਉਤਾਂ ਲੰਘ ਚੁੱਕਿਆ, ਜਿੱਥੇ ਅੱਜ ਦੇ ਦਿਨ ਨਾ ਸਿਰਫ BBC ਬਲਕਿ ਦੁਨੀਆ ਦਾ ਹਰ ਮੁਲਕ ਇਹ ਕਹਿ ਰਿਹਾ ਕਿ ਸੇਵਾ, ਸਿਮਰਨ, ਸਬਰ, ਸੰਤੋਖ, ਸਹਿਨ ਸ਼ਕਤੀ ਦੀ ਜੋ ਇੱਕ ਬੇਮਿਸਾਲ ਪ੍ਰਦਰਸ਼ਨੀ ਮਿਲ ਰਹੀ ਹੈ, ਇਹ ਦੁਨੀਆ ਵਿੱਚ ਕਦੇ ਵੀ ਦਿਸੀ ਨਹੀਂ। ਕਾਰਨ ਜ਼ਰਾ ਝਾਤ ਮਾਰ ਕੇ ਦੇਖੀਏ, ਸਾਡੇ ਕੋਲ ਇਤਿਹਾਸ ਜੇ ਐਮੀਲੀਨ ਦਾ, ਜੋ ਕਿ 5 ਬੱਚਿਆਂ ਦੀ ਮਾਂ ਵੀ ਸੀ। ਸਨ 1800 ਵਿੱਚ ਉਸਨੇ ਬ੍ਰਿਟੇਨ ਵਿੱਚ ਵੂਮਨ ਰਾਈਟਸ ਦੇ ਲਈ ਇੱਕ ਜੰਗ ਵਿੱਢੀ ਸੀ, ਜਿਸ ਵਿੱਚ ਲਗਭਗ ਸੈਂਕੜੇ ਕੁ ਔਰਤਾਂ ਦਾ ਜ਼ਿਕਰ ਮਿਲਦਾ ਉਹਦੇ ਨਾਲ ਜੁੜੀਆਂ ਸਨ। ਉਹਨਾਂ ਨੇ ਜੇਲਾਂ ਵੀ ਕੱਟੀਆਂ, ਯਾਨੀ ਪੁਲਿਸ ਦੇ ਡੰਡੇ ਵੀ ਖਾਧੇ, ਸਭ ਕੁਝ ਖਾਧਾ, ਪਰ ਉਹ ਅਖੀਰ ਆਪਣੇ ਮਕਸਦ ਵਿੱਚ ਹੱਲ ਵੀ ਹੋਈਆਂ। ਬਿਲਕੁਲ ਇਸੇ ਤਰ੍ਹਾਂ ਜ਼ਿਕਰ ਮਿਲਦਾ ਜੋ 1977 ਵਿੱਚ ਜੋ ਅਫਗਾਨੀ ਔਰਤ ਸੀ ਕੇਸ਼ਵਰ ਕਮਲ, ਉਹਦੇ ਵੱਲੋਂ ਵੀ ਔਰਤਾਂ ਦੇ ਹੱਕ ਵਿੱਚ ਇੱਕ ਜੰਗ ਵਿੱਢੀ ਗਈ ਸੀ, ਜਿਸ ਵਿੱਚ ਉਹਨੇ ਜਿੰਨੀ ਕੁ ਵੀ ਯਾਨੀ ਹਿੰਮਤ ਵਿਖਾਈ, ਉਹਨੂੰ ਵੀ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪਿਆ, ਲਗਭਗ ਮਾਰ ਮੁਕਾ ਦਿੱਤੀ ਗਈ, ਪਰ ਉਹਨੇ ਵੀ ਇਹ ਜੰਗ ਵਿੱਢੀ ਰੱਖੀ ਸੀ। ਗੱਲ ਕਰੀਏ ਉਸ ਤੋਂ ਬਾਅਦ ਜੋ ਇੱਕ ਮੌਜੂਦਾ ਥੋੜਾ ਜਿਹਾ ਪਿਛਾਂ ਹੀ ਜਾਈਏ, ਜਿਸਨੇ ਪੂਰੀ ਦੁਨੀਆ ਹਿਲਾ ਦਿੱਤੀ, ਸਨ 2018 ਵਿੱਚ, ਜੋ ਕਿ ਇੱਕ ਵੱਖ ਤਰ੍ਹਾਂ ਦੀ ਉਦੋਂ ਸ਼ੁਰੂ ਹੋਇਆ ਮੀ ਟੂ ਮੁਹਿੰਮ। ਮੈਂ ਉਹਨੂੰ ਵੀ ਵਿੱਚ ਲਿਆਉਣਾ ਚਾਹੁੰਦੀ ਹਾਂ, ਇਸ ਤੋਂ ਪਹਿਲਾਂ ਕਿ ਹੋਰ ਸੰਘਰਸ਼ਾਂ ਦੀ ਗੱਲ ਕਰੀਏ ਕਿ ਕਿਉਂ ਇਹ ਸੰਘਰਸ਼ ਵਾਖੇ। ਉਹਦੇ ਵਿੱਚ ਵੀ ਜਿੱਥੇ ਮੌਜੂਦਾ ਸਮਾਜ ਕਿਉਂਕਿ ਔਰਤ ਨੂੰ ਇੱਕ ਸੈਕੰਡ ਰੇਟ ਸਿਟੀਜ਼ਨ ਗਿਣਦਾ ਜੇ, ਉਸੇ ਕਰਕੇ ਜਿਹੜੇ ਹੁਣ ਤੱਕ ਔਰਤਾਂ ਦੇ ਸੰਘਰਸ਼ ਸਨ ਉਹ ਬਹੁਤੇ ਇਤਿਹਾਸਕਾਰਾਂ ਨੇ ਉਗਾੜ ਕੇ ਸਾਹਮਣੇ ਰੱਖੇ ਨਹੀਂ। ਜਿੰਨਾ ਕੁ ਅਸੀਂ ਵੇਖ ਰਹੇ ਹਾਂ ਕਿ ਜਿਸਮਾਨੀ ਸ਼ੋਸ਼ਣ ਔਰਤ ਦਾ ਹੋਇਆ, ਭਾਵੇਂ ਉਹ ਦੇਵਦਾਸੀਆਂ ਬਣਾ ਕੇ ਮੰਦਰਾਂ ਵਿੱਚ ਉਹਨਾਂ ਨੂੰ ਨਰਕ ਭੋਗਣਾ ਪਿਆ, ਜਾਂ ਉਹਨਾਂ ਨੂੰ ਚੁੜੇਲਾਂ ਕਹਿ ਕੇ ਸਦੀਆਂ ਪਹਿਲਾਂ ਮਾਰ ਮੁਕਾਇਆ ਜਾਂਦਾ ਰਿਹਾ, ਜਾਂ ਉਸ ਤੋਂ ਬਾਅਦ ਵੀ ਜੇ ਅਸੀਂ ਵੇਖਦੇ ਹਾਂ ਜਿੰਨੇ ਵੀ ਥਾਵਾਂ ਤੇ ਭਾਵੇਂ ਸਤੀ ਕੀਤਾ ਜਾਂਦਾ ਰਿਹਾ ਹੋਵੇ, ਇਹ ਸਭ ਕੁਝ ਔਰਤਾਂ ਨੂੰ ਇੱਕ ਸੈਕੰਡ ਰੇਟ ਸਿਟੀਜ਼ਨ ਮੰਨਦਿਆਂ ਹੋਇਆਂ ਹੀ ਕੀਤਾ ਗਿਆ ਸੀ। ਤਾਂ ਫਿਰ ਅਖੀਰ ਇਹ ਕੀ ਸ਼ੁਰੂ ਹੋਇਆ ਇੱਕਦਮ ਸਨ 2018 ਦੇ ਵਿੱਚ, ਜਿੱਥੇ 16 ਦਿਨਾਂ ਦੀ ਮੁਹਿੰਮ ਦੇ ਵਿੱਚ ਪੂਰੀ ਦੁਨੀਆ ਦੇ 10 ਵੱਖੋ ਵੱਖਰੇ ਹਿੱਸਿਆਂ ਵਿੱਚ ਤਹਿਲਕਾ ਮਚ ਗਿਆ। ਹੋਇਆ ਦਰਅਸਲ ਇਹ ਸੀ ਕਿ ਜ਼ੁਲਮ ਦਾ ਜਦੋਂ ਸਿਖਰ ਹੋ ਜਾਏ, ਕਿਸੇ ਇੱਕ ਥਾਂ ਤੇ ਉਹ ਸਬਰ ਦਾ ਬੰਨ ਟੁੱਟ ਜਾਂਦਾ ਹੈ, ਤਾਂ ਉਹ ਹੋਏ ਉਦੋਂ ਯੂਨਾਈਟਿਡ ਨੇਸ਼ਨਸ ਨੇ ਵੀ ਫਿਰ ਇਹੀ ਸਮਾਂ ਜੋ ਕਿ 25 ਨਵੰਬਰ ਤੋਂ 10 ਦਸੰਬਰ ਤੱਕ ਸੀ, ਉਹਨਾਂ ਨੇ ਜਿਸਮਾਨੀ ਸ਼ੋਸ਼ਣ ਦੇ ਜਿਹੜੇ ਵੀ ਕਰਨ ਵਾਲੇ ਸੀ ਉਹਨਾਂ ਨੂੰ ਇੱਕ ਵਾਵ ਰੋਲੇ ਦੀ ਤੌਰ ਤੇ ਲਿਆ। ਤੇ ਸਭ ਤੋਂ ਪਹਿਲਾਂ ਮੈਂ ਭਾਰਤ ਦੀ ਦੱਸਣਾ ਚਾਹਾਂਗੀ ਕਿ ਜਦੋਂ ਉਦੋਂ ਆਵਾਜ਼ ਉੱਠੀ, ਬਿਹਾਰ, ਦਿੱਲੀ, ਝਾਰਖੰਡ, ਛੱਤੀਸਗੜ੍ਹ, ਉੜੀਸਾ, ਉੱਤਰ ਪ੍ਰਦੇਸ਼, ਉੱਤਰਾਖੰਡ, ਚੰਗੀ ਤਗੜੀ ਆਵਾਜ਼ ਇੱਥੋਂ ਉੱਠੀ। ਫਿਰ ਇਸੇ ਤਰ੍ਹਾਂ ਸਪੇਨ ਦੇ ਵਿੱਚ ਉਦੋਂ ਜਾਮਨੀ ਟੀ-ਸ਼ਰਟਸ ਪਾ ਕੇ ਅੰਤਰਰਾਸ਼ਟਰੀ ਔਰਤਾਂ ਪ੍ਰਤੀ ਹਿੰਸਾ ਦੀ ਇਹ ਗੱਲ ਜ਼ਿਕਰ ਉਦੋਂ ਦਿਨ ਵੀ ਮਨਾਇਆ ਗਿਆ, ਜਿਹਦੇ ਵਿੱਚ ਘਰੇਲੂ ਹਿੰਸਾ ਵੀ ਸ਼ਾਮਲ ਸੀ, ਨਾ ਬਰਾਬਰੀ ਜਾਂ ਕੰਮਕਾਰ ਵਾਲੀ ਥਾਂ ਉੱਤੇ ਜੋ ਜ਼ੁਲਮ ਹੁੰਦਾ ਸੀ, ਉਹ ਸਭ ਕੁਝ ਉਦੋਂ ਵੀ ਉਹਦਾ ਜ਼ਿਕਰ ਹੋਇਆ। ਅਰਜਨਟੀਨਾ ਵਿਖੇ ਵੀ ਹੋਇਆ ਜ਼ਿਕਰ, ਜਦੋਂ ਉਹਨਾਂ ਨੇ ਗਰਭਪਾਤ ਕਰਵਾਉਣ ਲਈ ਆਪਣਾ ਹੱਕ ਮੰਗਿਆ ਸੀ, ਉਦੋਂ ਵੀ ਔਰਤਾਂ ਨਿਤਰੀਆਂ ਸਨ। ਉਦੋਂ ਉਹਨਾਂ ਨੇ ਕਿਹਾ ਕਿ ਜਦੋਂ ਸਾਡਾ ਜਿਸਮਾਨੀ ਸ਼ੋਸ਼ਣ ਹੁੰਦਾ, ਅਸੀਂ ਚਾਹੁੰਦੇ ਹਾਂ ਕਿ ਉਦੋਂ ਗਰਭਪਾਤ ਕਰਨ ਦੀ ਸਾਨੂੰ ਇਜਾਜ਼ਤ ਦਿੱਤੀ ਜਾਵੇ। ਬਿਲਕੁਲ ਇੰਝ ਹੀ ਉਹਨਾਂ ਨੇ ਨੀ ਉਨਾ ਮੈਨੋਸ ਨਾਮ ਦਾ ਉਦੋਂ ਇਹ ਸ਼ੁਰੂ ਹੋਇਆ ਸੀ ਜੋ ਜਿਹਾਦ, ਜਿਹਦੇ ਵਿੱਚ 10 ਲੱਖ ਔਰਤਾਂ ਨਿਤਰੀਆਂ ਸਨ ਉਦੋਂ ਮੈਦਾਨ ਵਿੱਚ, ਤੇ ਉਹਨਾਂ ਨੇ ਅਖੀਰ ਇਹ ਜਿੱਤ ਹਾਸਲ ਕੀਤੀ ਸੀ। ਮੈਂ ਇਹਨਾਂ ਸੰਘਰਸ਼ਾਂ ਦੀ ਵੱਖੋ ਵੱਖ ਦੱਸਾਂਗੀ ਕਿਉਂ ਉਦੋਂ ਤੇ ਸਾਡੇ ਨਾਲ ਫਰਕ ਜੋ ਉਦੋਂ ਤੇ ਹੁਣ ਚ ਹੈ, ਕੀ ਉਹਨਾਂ ਸੰਘਰਸ਼ਾਂ ਚੋਂ ਨਿਕਲਿਆ ਤੇ ਕਿਵੇਂ ਇਹ ਉਹਨਾਂ ਸਾਰਿਆਂ ਤੋਂ ਵੱਖ ਨਿੱਤਰ ਕੇ ਸਾਹਮਣੇ ਆਇਆ। ਇਸਤਾਨਬੁਲ ਵਿੱਚ ਵੀ ਕੁਝ ਅਜਿਹਾ ਹੀ ਵਾਪਰਿਆ ਕਿ ਅਸੀਂ ਸਿਰਫ ਹੁਕਮ ਮੰਨਣ ਲਈ ਨਹੀਂ ਹਾਂ, ਅਸੀਂ ਚੁੱਪ ਨਹੀਂ ਰਹਾਂਗੀਆਂ ਕਹਿੰਦਿਆਂ ਉਦੋਂ ਵੀ ਇਸਤਾਨਬੁਲ ਵਿੱਚ ਫਿਰ ਦੁਬਾਰਾ ਇਹ ਜਦੋਂ ਹੋਇਆ ਸ਼ੁਰੂ ਮੁਜ਼ਾਹਰਾ, ਤਾਂ ਉਦੋਂ ਸਿਰਫ 337 ਔਰਤਾਂ ਸਨ ਜਦੋਂ ਜਿਨ੍ਹਾਂ ਨੂੰ ਉਸ ਸਮੇਂ ਮਾਰ ਮੁਕਾਇਆ ਗਿਆ ਸੀ ਘਰੇਲੂ ਹਿੰਸਾ ਸਦਕਾ।
ਜਿਸ ਨਾਲ ਇੰਨੀ ਵੱਡੀ ਪੱਧਰ ਤੇ ਉਦੋਂ ਇਹ ਜਿਹਾਦ ਸ਼ੁਰੂ ਹੋਇਆ। ਸਾਊਥ ਕੋਰੀਆ ਵਿੱਚ ਵੀ ਇਸੇ ਤਰ੍ਹਾਂ ਸੈਕਸ ਕ੍ਰਾਈਮ ਦੇ ਖਿਲਾਫ ਹੀ ਸ਼ੁਰੂ ਹੋਇਆ ਸੀ ਜਿਹਾਦ, ਜਿਹਦੇ ਵਿੱਚ ਅਸੀਂ ਸਿਰਫ ਸ਼ਿਕਾਰ ਬਣਨ ਲਈ ਨਹੀਂ ਹਾਂ ਵਰਗੇ ਪੋਸਟਰ ਉੱਥੇ ਵੀ ਚੱਲੇ। ਭਾਰਤ ਵਿੱਚ ਵੀ ਹੁਣ ਬਸ ਹੋਰ ਨਹੀਂ ਵਰਗੀ ਉਦੋਂ ਸ਼ੁਰੂ ਹੋਇਆ, ਕਿਉਂਕਿ ਕਠੂਆ ਵਿੱਚ ਮੈਂ ਹੁਣ ਥੋੜਾ ਜਿਹਾ ਉਹਦੀ ਬੇਸ ਤੁਹਾਨੂੰ ਬਣਾ ਕੇ ਦੱਸਣਾ ਚਾਹ ਰਹੀ ਹਾਂ ਕਿ ਜੋ ਜ਼ੁਲਮ, ਜੋ ਜ਼ਬਰ, ਜਿਸ ਦੇ ਕਰਕੇ ਇਹ ਹੁਣ ਸਿਖਰ ਅਸੀਂ ਕਹਿ ਸਕਦੇ ਹਾਂ ਲੰਘ ਚੁੱਕੀ ਹੈ, ਤਾਂ ਉਹ ਕਠੂਆ ਵਿੱਚ 8 ਸਾਲ ਦੀ ਬੱਚੀ ਨਾਲ ਜੋ ਮੰਦਰ ਦੇ ਅੰਦਰ ਸਿਆਸੀ ਬੰਦਿਆਂ ਤੇ ਪੁਲਿਸ ਦੇ ਨਾਲ ਉਹਨਾਂ ਦਾ ਬਲਾਤਕਾਰ ਵੀ ਕੀਤਾ ਗਿਆ, ਤੇ ਫਿਰ ਜਿਸ ਤਰੀਕੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਉਦੋਂ ਇੱਕ ਨਾਬਾਲਗ ਬੱਚੀ ਨੇ ਆਪਣੇ ਆਪ ਨੂੰ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਇਹ ਸਾਰੇ ਜਿਹਾਦ ਸਨ ਜਿਹੜੇ ਵੱਖੋ ਵੱਖਰੇ ਸਮੇਂ ਤੇ ਤੁਰੇ। चिली विखे भी, नेपाल विखे भी, ब्राजील विखे भी, साउथ अफ्रीका, फ्रांस, फ्रेंच रेवोल्यूशन, यानी इन्ना कुछ वापरिया जिस च अफगानिस्तान दे भी जिक्र मिलता जे। आंध्रा प्रदेश विच जे झात मारीए जदों सफलता प्राप्त हुई सी उदों भी यानी गल सी पैसे दी, जिथे औसतन कमाल वेखो कि उदों साडी सरकार ही कहती है कि प्रति साल 1840 रुपए प्रति टब्बर उदों आमदन सी, जिहदे विच 840 रुपए सिर्फ शराब का खर्चा लंघ जांदा सी। सो भुखमरी कारण औरतां इन्ना सह रही सी, जिस्मानी शोषण भी ते नाले घरेलू हिंसा का शिकार भी हो रही सी कि उन्हां नूं मजबूरन बाहर निकलना पिया। सो ये जे मौजूदा संघर्ष दे विच आने आ ਤਾਂ ਜਿੰਨੇ ਵੀ ਮੈਂ ਹੁਣ ਤੱਕ ਦੱਸੇ ਜਾਂ ਸਨ 1800 ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਸੰਘਰਸ਼ ਔਰਤਾਂ ਵੱਲੋਂ ਵਿੱਢੇ ਗਏ, ਥੋੜੇ ਸਨ ਜਿਨ੍ਹਾਂ ਵਿੱਚ ਜਿੱਤ ਪ੍ਰਾਪਤ ਹੋਈ, ਪਰ ਅਲਟੀਮੇਟਲੀ ਫਿਰ ਵੀ ਦੱਬ ਦਿੱਤੇ ਗਏ। ਮੌਜੂਦਾ ਸੰਘਰਸ਼ ਵੱਖ ਕਿਉਂ ਜੇ? ਦੇਖੋ, ਇੱਕ ਪਹਿਲੀ ਚੀਜ਼, ਲੱਖਾਂ ਦੀ ਗਿਣਤੀ ਵਿੱਚ ਔਰਤਾਂ ਦਾ ਨਿਤਰਨਾ, ਜਿਹਦੇ ਵਿੱਚ 6 ਮਹੀਨਿਆਂ ਦੀ ਬੇਟੀ ਤੋਂ ਲੈ ਕੇ 100 ਵਰਿਆਂ ਦੀ ਉਹ ਮਾਂ ਜਿਹੜੀ ਪਿੱਠ ਵੀ ਜਿਹਦੀ ਠੀਕ ਨਹੀਂ, ਯਾਨੀ ਉਹ ਪੂਰੀ ਤੁਰ ਵੀ ਨਹੀਂ ਸਕਦੀ ਸਿੱਧੀ, ਉਹ ਵੀ ਸ਼ਾਮਲ। ਤੇ ਫਿਰ ਉਹਦੇ ਵਿੱਚ ਵੱਖੋ ਵੱਖਰੇ ਕਿੱਤੇ ਨਾਲ ਜੋ ਜੁੜੀਆਂ ਨੇ ਔਰਤਾਂ, ਜਿਨ੍ਹਾਂ ਵਿੱਚ ਭਾਵੇਂ ਵਕੀਲ ਹੋਣ, ਭਾਵੇਂ ਡਾਕਟਰ ਹੋਣ, ਭਾਵੇਂ ਬਿਜ਼ਨਸਮੈਨ, ਭਾਵੇਂ ਸਪੋਰਟਸ ਪਰਸਨ, ਜਾਂ ਭਾਵੇਂ ਕੋਈ ਘਰੇਲੂ ਔਰਤ ਵੀ ਸੀ, ਸਾਰੀਆਂ ਸ਼ਾਮਲ ਹੋਈਆਂ। BBC ਵੱਲੋਂ ਇੱਕ ਬੜਾ ਵੱਡਾ ਸਵਾਲ ਪੁੱਛਿਆ ਗਿਆ ਕਿ ਆਖਰ ਕੀ ਅਜਿਹਾ ਵਾਪਰ ਗਿਆ ਜਿਹੜਾ ਇਹ ਸਾਰੀਆਂ ਔਰਤਾਂ, ਉਹ ਵੀ ਇੱਕ ਖਾਸ ਧਰਮ ਦੇ ਨਾਲ ਜੁੜੀਆਂ, ਇੱਕ ਖਾਸ ਇਲਾਕੇ ਨਾਲ ਜੁੜੀਆਂ, ਜਿਨ੍ਹਾਂ ਨੇ ਪੂਰੇ ਹੋਰ ਭਾਰਤ ਨੂੰ ਵੀ ਹਲੂਣਾ ਦਿੱਤਾ ਤੇ ਉਹ ਵੀ ਜੁੜੇ ਨੇ। ਆਖਰ ਕੀ ਗੱਲ ਏ ਤੇ ਕਿਵੇਂ ਇਹ ਬਾਕੀਆਂ ਨੂੰ ਆਪਣੇ ਸੰਘਰਸ਼ ਨਾਲ ਜੋੜਨ ਲਈ ਮਜਬੂਰ ਕਰ ਚੁੱਕੀਆਂ ਨੇ? ਆਖਰ ਵਾਪਰਿਆ ਕੀ ਹੈ? ਦੇਖੋ, ਜੋ ਫਰਕ ਬਾਕੀ ਤੇ ਹੁਣ ਦੇ ਸੰਘਰਸ਼ਾਂ ਵਿੱਚ ਨੇ ਉਹ ਇਹ ਨੇ। ਪਹਿਲੀ ਚੀਜ਼, ਇਸ ਚ ਕਿਤੇ ਵੀ ਕੋਈ ਕਿਸੇ ਥਾਂ ਤੇ ਕੋਈ ਜ਼ੋਰਦਾਰ ਯਾਨੀ ਮਾਰ ਕੁਟਾਈ ਕਿਤੇ ਹੋਈ ਹੋਵੇ, ਜਾਂ ਕਿਤੇ ਇਹ ਔਰਤਾਂ ਵੱਲੋਂ ਕਿਸੇ ਵੀ ਥਾਂ ਤੇ ਕੋਈ ਜ਼ੋਰ ਜ਼ਬਰਦਸਤੀ ਕੀਤੀ ਹੋਵੇ, ਜਾਂ ਕਿਸੇ ਵੀ ਥਾਂ ਤੇ ਇਹਨਾਂ ਨੇ ਵਾਇਲੈਂਸ ਦਿਖਾਈ ਹੋਵੇ, ਪਹਿਲੀ ਚੀਜ਼ ਹੋਈ ਨਹੀਂ। ਤਾਂ ਕਿਹੜੀ ਸਬਰ ਤੇ ਸੰਤੋਖ ਦੀ ਮੂਰਤ, ਜੋ ਕਿ BBC ਬੜੇ ਹੈਰਾਨ ਸੀ ਕਿਉਂ ਨੇ, ਉਹਨਾਂ ਨੂੰ ਸ਼ਾਇਦ ਦੱਸਣਾ ਪਿਆ। ਭਾਈ ਸਾਹਿਬ, ਇਹਨਾਂ ਦੇ ਜਿਹੜੀਆਂ ਪੜਨਾਨੀਆਂ ਜਾਂ ਪੜਦਾਦੀਆਂ ਸੀ, ਜ਼ਰਾ ਉਹਨਾਂ ਵੱਲ ਧਿਆਨ ਕਰੋ ਕਿ ਕਿਸ ਸਬਰ ਤੇ ਸੰਤੋਖ ਚੋਂ ਇਹ ਨਿੱਤਰ ਕੇ ਨਿਕਲੀਆਂ ਨੇ। ਜਿੱਥੇ 300 ਔਰਤਾਂ ਸੀ ਉਦੋਂ, ਕੋਈ ਇੱਕ ਅੱਧ ਨਹੀਂ। ਖਿਮਾ ਮੰਗਦਿਆਂ ਸਾਰੇ ਮੈਂ ਆਪਣੇ ਵੀਰਾਂ ਤੋਂ ਕਹਿਣਾ ਚਾਹੁੰਦੀ ਹਾਂ ਕਿ ਉਦੋਂ ਸਿੰਘ ਲੁਕਣ ਲਈ ਮਜਬੂਰ ਹੋ ਗਏ ਸਨ ਜੰਗਲਾਂ ਵਿੱਚ, ਤੇ ਬਹੁਤ ਸਾਰੀਆਂ ਔਰਤਾਂ ਸਨ ਜਿਨ੍ਹਾਂ ਦੇ ਪਤੀਆਂ ਨੂੰ ਮਾਰ ਮੁਕਾਇਆ ਗਿਆ ਸੀ। ਫਿਰ ਵੀ ਉਸ ਸਮੇਂ ਜਿਸ ਤਰੀਕੇ ਦਾ ਜ਼ਬਰ ਜ਼ੁਲਮ ਉਹਨਾਂ ਤੇ ਢਾਇਆ ਗਿਆ, ਸਵਾ ਮਣ ਪੀਣ ਉਹਨਾਂ ਨੂੰ ਦਿੱਤਾ ਗਿਆ, ਛਾਤੀ ਤੇ ਚੱਕੀ ਦੇ ਪਾਟ ਤੱਕ ਰੱਖੇ ਗਏ, ਪੁੱਠਾ ਟੰਗਿਆ ਗਿਆ, ਜਿਸ ਤਰੀਕੇ ਉਹਨਾਂ ਨੂੰ ਤਲਵਾਰ ਦੇ ਧਾਰ ਨਾਲ ਚੀਰਿਆ ਗਿਆ, ਤੇ ਜਿਸ ਤਰੀਕੇ ਉਹਨਾਂ ਦੇ ਬਾਲਾਂ ਨੂੰ ਨੇਜ਼ਿਆਂ ਨਾਲ ਫੁੰਡਿਆ ਗਿਆ, ਤੇ ਜਿਵੇਂ ਉਹਨਾਂ ਦੇ ਟੋਟੇ ਕਰਕੇ ਗਲੇ ਦੁਆਲੇ ਬਣਵਾਏ ਗਏ, ਇਹ ਸਭ ਕੁਝ ਜਰ ਜਾਣਾ। ਤੇ ਖਾਸ ਜ਼ਿਕਰ ਕਰਨਾ ਚਾਹੁੰਦੀ ਹਾਂ, ਜਿਹੜੀ ਸ਼ਾਇਦ ਲੋਕਾਂ ਦੇ ਮਨਾਂ ਅੰਦਰਲੇ ਜਿਹੜੇ ਸਵਾਲ ਨੇ ਖਤਮ ਕਰ ਜਾਣ, ਕਿ ਉਹਨਾਂ 300 ਔਰਤਾਂ ਵਿੱਚ ਇੱਕ ਬੀਬੀ ਲੱਛੀ ਸੀ। ਇਸ ਕਰਕੇ ਜ਼ਿਕਰ ਕਰਨਾ ਚਾਹੁੰਦੀ ਹਾਂ ਕਿ ਉਹ ਬੀਬੀ ਮੁਸਲਮਾਨ ਘਰ ਵਿੱਚ ਜੰਮੀ ਸੀ, ਉਹਨੇ ਆਪਣੀ ਮਰਜ਼ੀ ਨਾਲ ਸਿੱਖ ਧਰਮ ਅਪਣਾਇਆ ਸੀ, ਤੇ ਫਿਰ ਵਾਪਸ ਕੋਈ ਐਡਾ ਵੱਡਾ ਜ਼ੁਲਮ ਨਹੀਂ ਸੀ ਉਹਨੂੰ, ਜੇ ਵਾਪਸ ਇੰਨਾ ਹੀ ਕਿਹਾ ਗਿਆ ਸੀ ਕਿ ਤੁਸੀਂ
ਵਾਪਸ ਤੁਸੀਂ ਇਸਲਾਮ ਹੀ ਕਬੂਲ ਕਰਨਾ ਹੈ। ਤੇ ਉਸ ਬੀਬੀ ਨੇ ਇੰਨਾ ਕੁ ਨਿਸ਼ਠਾ ਸੀ, ਇੰਨਾ ਕੁ ਉਹਦਾ ਪੱਕਾ ਸੀ ਇਰਾਦਾ ਕਿ ਉਹ ਵਾਪਸ ਉਸ ਧਰਮ ਵਿੱਚ ਜਾਣਾ ਉਹਨੇ ਮੁਨਾਸਬ ਨਹੀਂ ਸਮਝਿਆ ਕਿ ਮੈਨੂੰ ਬਰਾਬਰੀ ਦਾ ਇੱਥੇ ਅਹਿਸਾਸ ਹੋ ਰਿਹਾ, ਮੇਰੇ ਹੱਕਾਂ ਦੀ ਗੱਲ ਹੋ ਰਹੀ ਹੈ, ਯਾਨੀ ਮੇਰੀ ਇੱਜ਼ਤ ਮਿਲ ਰਹੀ ਹੈ, ਮੇਰੀ ਅਣਖ ਇੱਥੇ ਜਾਗੀ ਹੈ। ਤਾਂ ਜਿਸ ਤਰੀਕੇ ਉਹਦੇ ਪੁੱਤਰ ਨੂੰ ਇੱਕ ਦਿਨ ਪੁੱਠਾ ਟੰਗ ਕੇ ਉਹਨੂੰ ਜ਼ੁਲਮ ਉਸ ਤੇ ਢਾਇਆ ਗਿਆ, ਇਹ ਸਭ ਜ਼ੁਲਮਾਂ ਦਾ ਜ਼ਿਕਰ ਕਰਨ ਦੇ ਇਸ ਦਾ ਮਕਸਦ ਇਹ ਸੀ ਕਿ ਅਖੀਰ ਵਿੱਚ ਜੋ ਸ਼ਬਦ ਉਹਨਾਂ ਉਚਾਰੇ ਸੀ ਉਹ ਮਾਇਨੇ ਰੱਖਦੇ ਨੇ ਅੱਜ ਦੇ ਇਤਿਹਾਸ ਨੂੰ ਉਜਾਗਰ ਕਰਨ ਲਈ, ਕਿ ਇੱਕੋ ਸ਼ਬਦ ਜੋ ਸਾਡੇ ਮੁਗਲ ਹੁਕਮਰਾਨਾਂ ਵੱਲੋਂ ਜਿਹੜੇ ਉਸ ਸਮੇਂ ਹਾਜ਼ਰ ਸਨ, ਇਤਿਹਾਸਕਾਰ ਲਿਖਦੇ ਨੇ ਕਿ ਉਹਨਾਂ ਬੀਬੀਆਂ ਨੇ ਅੱਤ ਦਾ ਜ਼ੁਲਮ ਸਹਿੰਦਿਆਂ, ਸਵਾਸ ਤਿਆਗਣ ਤੱਕ ਜਾਂਦਿਆਂ ਵੀ ਇੱਕੋ ਹੀ ਸ਼ਬਦ ਕਿਹਾ, ਤੇਰਾ ਕੀਤਾ ਮਿੱਠਾ ਲੱਗਦਾ ਹੈ। ਬਹੁਤ ਮਾਇਨੇ ਰੱਖਦਾ ਹੈ। ਇੱਕ ਮਾਂ ਨੂੰ ਪਤਾ ਹੈ ਕਿ ਉਹਦੇ ਸਾਹਮਣੇ ਜਦੋਂ ਉਹਦਾ ਬੱਚਾ ਵੱਢਿਆ ਜਾ ਰਿਹਾ ਹੋਵੇ, ਟੋਟੇ ਟੋਟੇ ਹੋ ਰਿਹਾ ਹੋਵੇ, ਸਾਹਮਣੇ ਨੇਜ਼ੇ ਤੇ ਫੁੰਡਿਆ ਜਾਂਦਾ ਹੋਵੇ, ਉਹ ਬਾਲ ਚੀਕਦਾ ਕੁਰਲਾਉਂਦਾ ਹੋਏ ਮਾਂ, ਤੇ ਉਹ ਦੁੱਧ ਪਿਆਉਂਦੀਆਂ ਮਾਵਾਂ ਸੀ ਜਿਹਦੀ ਛਾਤੀ ਚ ਦੁੱਧ ਵਗਦਾ ਹੋਵੇ, ਉਹ ਸਮਝ ਸਕਦੀ ਹੈ ਮਾਂ ਉਹਦੇ ਲਈ ਕੀ ਤੜਫ ਨਾ ਹੁੰਦੀ, ਕੀ ਤੜਪ ਉਸ ਸਮੇਂ ਹੋਏਗੀ ਉਹਦੇ ਮਨ ਵਿੱਚ। ਪਰ ਕੀ ਵਲਵਲੇ ਉੱਠਣ ਦੇ ਬਾਵਜੂਦ ਉਹਦੇ ਚੋਂ ਦਮ ਸੀ ਕਹਿਣਾ ਕਿ ਮੈਂ ਆਪਣੇ ਗੁਰੂ ਨਾਲ ਪ੍ਰਣਾਈ ਹੋਈ ਹਾਂ, ਮੈਂ ਪੱਕੇ ਇਰਾਦੇ ਦੀ ਹਾਂ, ਜ਼ੁਲਮ ਢਾ ਲਓ ਜਿੰਨਾ ਵੀ ਢਾਣਾ ਜੇ, ਪਰ ਮੈਂ ਆਪਣੇ ਗੁਰੂ ਤੇ ਸਦਕੇ ਜਾਨੀ ਆ। ਉਹ ਸ਼ਬਦ ਜੋ ਨਾ ਕਹੇ ਕਿ ਇੱਕ ਨਹੀਂ 100 ਪੁੱਤਰ ਵੀ ਹੁੰਦੇ ਕੁਰਬਾਨ ਕਰ ਦਿੰਦੇ, ਇਹ ਮੇਰੇ ਗੁਰੂ ਦੇ ਕੋਲ ਹੀ ਪਹੁੰਚਣੇ ਸਨ। ਉਸੇ ਵੱਲੋਂ ਮਿਲੀ ਦਾਤ ਸੀ, ਉਸੇ ਨੂੰ ਮਿਲ ਗਏ, ਪਰ ਮੈਂ ਆਪਣੇ ਸਿੱਖੀ ਦੇ ਨਾਲ ਪ੍ਰਣਾਈ ਹੋਈਆਂ, ਮੈਂ ਵਾਪਸ ਇਸ ਤੋਂ ਨਹੀਂ ਜਾਣਾ। ਤੇ ਜਿਹੜੀ ਅਖੀਰੀ ਸ਼ਬਦ ਲਿਖੇ ਮਿਲਦੇ ਨੇ, ਅਰਦਾਸ ਜੋ ਉਹਨਾਂ ਨੇ ਸਵਾਸ ਤਿਆਗਣ ਤੋਂ ਪਹਿਲਾਂ ਕਿਹਾ ਸੀ, ਹੇ ਵਾਹਿਗੁਰੂ ਬਖਸ਼ ਦੇਣਾ ਇਹ ਭੁੱਲੀਆਂ ਹੋਈਆਂ ਰੂਹਾਂ ਨੇ, ਅਸੀਂ ਇਹਨਾਂ ਲਈ ਵੀ ਅਰਦਾਸ ਕਰਦੇ ਜਾਂਦੇ। ਯਾਨੀ ਇਹ ਇੱਕ ਮਿਸਾਲ ਸੀ ਜਿੱਥੇ ਸਮਝ ਆ ਜਾਂਦੀ ਹੈ ਕਿ ਕਿਉਂ ਅੱਜ ਦਾ ਇਹ ਜਿਹੜਾ ਸੰਘਰਸ਼ ਔਰਤਾਂ ਵੱਲੋਂ ਵਿੱਢਿਆ ਹੈ, ਜਿਸ ਦੇ ਅੱਗੇ ਕੋਈ ਜੇ ਸੋਚਦਾ ਹੈ ਕਿ ਇਹਨਾਂ ਨੂੰ ਮਾਰ ਮੁਕਾਇਆ ਜਾ ਸਕਦਾ, ਡਰਾਇਆ ਜਾ ਸਕਦਾ, ਤਾਂ ਮੇਰਾ ਖਿਆਲ ਹੈ ਬੜੀ ਬੇਅਕਲੀ ਵਾਲੀ ਗੱਲ ਹੋਏਗੀ। ਕਿਉਂਕਿ ਇਹਨਾਂ ਦਾ ਮੈਂ ਦੱਸ ਹੀ ਚੁੱਕੀ ਹਾਂ ਇਸ ਪਿਛੋਕੜ ਚੋਂ, ਜਿਹੜੇ ਆਪਣੇ ਤੇ ਜ਼ੁਲਮ ਕਰਨ ਵਾਲਿਆਂ ਨੂੰ ਵੀ ਮਾਫ ਕਰ ਦਿੰਦੇ ਨੇ, ਜਿਹੜੇ ਆਪਣੇ ਆਪ ਨੂੰ ਵੱਡੇ ਟੁੱਕੇ ਜਾਣ ਬਾਅਦ ਜਾਂ ਮਰ ਜਾਣ ਦੇ ਭੈ ਤੋਂ ਵੀ ਨਹੀਂ ਕਿਤੇ ਵੀ ਉਰੇ ਪਰੇ ਥਿੜਕਦੇ, ਤਾਂ ਉਹਨਾਂ ਬੀਬੀਆਂ ਨੂੰ ਜਿਨ੍ਹਾਂ ਦੀਆਂ ਇਹ ਪਿਛੋਕੜ, ਜਿਨ੍ਹਾਂ ਦੀ ਵਿਰਾਸਤ ਇਹੋ ਜਿਹੀ ਸੀ, ਉਹਨਾਂ ਨੇ ਵੱਖ ਇਤਿਹਾਸ ਸਿਰਜਣਾ ਹੀ ਸੀ। ਤੇ ਜਿਹੜੇ ਵੀ ਜਣੇ ਇਸ ਇਤਿਹਾਸ ਤੋਂ ਵਾਕਿਫ ਨਾ ਹੋਣ ਕਿ ਪਹਿਲਾਂ ਵੀ ਕਦੇ ਜੱਥਿਆਂ ਦੇ ਵਿੱਚ ਔਰਤਾਂ ਇਸ ਤਰ੍ਹਾਂ ਅਗਾਂਹ ਤੁਰੀਆਂ ਸੀ, ਤਾਂ ਦੋ ਥਾਵਾਂ ਦਾ ਮੈਂ ਜ਼ਿਕਰ ਜ਼ਰੂਰ ਕਰਨਾ ਚਾਹੁੰਦੀ ਹਾਂ। ਪਹਿਲੀ ਸੀ ਅਨੰਦਪੁਰ ਸਾਹਿਬ ਦੇ ਅੰਦਰ, ਜਿੱਥੇ ਧਿਆਨ ਕਰਿਓ 9 ਮਹੀਨੇ ਉੱਥੇ ਘੇਰਾਬੰਦੀ ਰਹੀ ਸੀ। ਤੇ ਉਸ ਘੇਰਾਬੰਦੀ ਦੇ ਅੰਦਰ ਇੱਕ ਤੁਸੀਂ ਧਿਆਨ ਕਰਿਓ, ਨਿੱਕੇ ਨਿੱਕੇ 2 ਬਾਲ ਸਨ ਜਿਨ੍ਹਾਂ ਨੇ ਭੁੱਖ ਸਹਾਰੀ ਸੀ, ਤੇ ਉਹਨਾਂ ਨੂੰ ਹਿੰਮਤ ਦੇਣ ਵਾਲੀ ਇੱਕ ਮਾਂ ਹੀ ਸੀ। ਉਹਨਾਂ ਦੇ ਨਾਲ ਸੀ ਮਾਂ ਬੈਠੀ, ਜਿਹੜੀ ਲਗਾਤਾਰ, ਕਿਉਂਕਿ ਗੁਰੂ ਸਾਹਿਬ ਕਿਲਾਬੰਦੀ ਘੇਰਾਬੰਦੀ ਦੇ ਨਾਲ ਕਿਵੇਂ ਜੂਝਣਾ, ਉਸ ਪਾਸੇ ਆਪਣੇ ਉਹ ਹਜ਼ਾਰਾਂ ਪੁੱਤਰ ਜਿਨ੍ਹਾਂ ਨੂੰ ਉਹ ਮੰਨਦੇ ਸਨ, ਉਹੀ ਪੁੱਤਰਾਂ ਦੇ ਨਾਲ ਜਾਂ ਪਿਆਰਿਆਂ ਦੇ ਨਾਲ ਲਗਾਤਾਰ ਜੂਝਣ ਦੇ ਢੰਗ ਦੱਸ ਰਹੇ ਸਨ, ਕਿਸ ਤਰੀਕੇ ਕਰਨਾ। ਤੇ ਜਿਹੜਾ ਮਨੋਬਲ ਉਹਨਾਂ ਨਿੱਕੇ ਨਿੱਕੇ ਬਾਲਾਂ ਨੂੰ ਦੇ ਸਕੀ ਸੀ ਉਹ ਮਾਂ, ਉਹ ਵੀ ਉਹਦਾ ਜਿਗਰਾ ਦੇਖਣਾ ਬਣਦਾ ਹੈ। ਤੇ ਉਹਨਾਂ ਵਿੱਚ ਮਾਂ ਗੁਜਰੀ ਰਤਾ ਖਿਆਲ ਕਰਕੇ ਦੇਖੀਏ, ਦਰਖਤਾਂ ਦੀਆਂ ਛਿੱਲੜਾਂ ਖਾ ਕੇ, ਉਸ ਸਮੇਂ ਜਦੋਂ ਦੁਸ਼ਮਣਾਂ ਨੇ ਪਾਣੀ ਤੱਕ ਵੀ ਅੰਦਰ ਨਹੀਂ ਸੀ ਜਾਣ ਦਿੱਤਾ, ਜੇ ਉਸ ਔਖੇ ਸਮੇਂ ਨੂੰ ਜਰ ਸਕੀਆਂ ਸਨ ਉਹ ਮਾਵਾਂ, ਨਿੱਕੇ ਨਿੱਕੇ ਬਾਲ, ਸਿਰਫ ਉਸ ਹਿੰਮਤ ਸਦਕਾ ਜਿਹੜੀ ਉੱਥੇ ਜਿਸ ਕੁੱਖੋਂ ਜੰਮੇ ਸੀ ਉਸ ਸਦਕਾ ਮਿਲ ਸਕੀ ਸੀ। ਤਾਂ ਫਿਰ ਅੱਜ ਦਾ ਮਾਹੌਲ ਉਸੇ ਥਾਂ ਤੋਂ ਹੀ ਉਪਜਿਆ ਹੈ, ਕਿਉਂਕਿ ਉਹ ਜੈਨੇਟਿਕ ਚੇਂਜ ਜੋ ਸਾਡੇ ਵਿੱਚ ਉਸ ਸਮੇਂ ਤੋਂ ਆਈ, ਜਿਹਦੇ ਵਿੱਚ ਉਦੋਂ ਹਿੰਦੂ ਜਾਂ ਮੁਸਲਮਾਨ ਸਨ ਭੈਣਾਂ ਜਿੱਥੇ ਵੀ ਟੱਬਰਾਂ 'ਚ ਜੰਮੀਆਂ, ਜਿਹੜੀ ਸਵੈ ਇੱਛਾ ਨਾਲ ਤਬਦੀਲ ਹੋ ਕੇ ਸੋਚ ਨਾਲ ਜੁੜੀਆਂ ਸਨ, ਕਿਸੇ ਨੇ ਜ਼ੋਰ ਜ਼ਬਰਦਸਤੀ ਨਹੀਂ ਸੀ ਕੀਤੀ। ਪਰ ਜੋ ਮਨ ਵਿੱਚ ਤਬਦੀਲੀ ਆਈ ਸੀ ਕਿ ਇੰਨੀਆਂ ਸਦੀਆਂ ਤੋਂ ਅਸੀਂ ਦੱਬੀਆਂ ਕੁਚਲੀਆਂ ਪਈਆਂ ਨੂੰ ਅੱਜ ਬਰਾਬਰੀ ਦਾ ਅਹਿਸਾਸ ਹੋਇਆ ਤੇ ਅਸੀਂ ਖੜੀਆਂ ਹੋ ਸਕਦੀਆਂ। ਤੇ ਜ਼ਰਾ ਮਾਨਸਿਕ ਤਾਕਤ ਵੱਲ ਧਿਆਨ ਕਰੋ ਕਿ ਅੱਜ ਦੇ ਦਿਨ ਅਸੀਂ ਮਾਂ ਗੁਜਰੀ ਨੂੰ ਭਾਵੇਂ ਵਿਖਾਉਂਦੇ ਹੋਈਏ ਇੱਕ ਕਮਜ਼ੋਰ ਬਜ਼ੁਰਗ ਔਰਤ ਦੀ ਤਸਵੀਰ ਰਾਹੀਂ, ਪਰ ਜੇ ਕੋਈ ਔਰਤ ਸਮਝ ਸਕੇ, ਕੋਈ ਮਾਂ ਸਮਝ ਸਕੇ ਉਹ ਸਮਾਂ ਜਿੱਥੇ ਇੱਕ 9 ਵਰਿਆਂ ਦੇ ਬਾਲ ਨਾਲ
ਚੁਫੇਰੇ ਦੁਸ਼ਮਣਾਂ ਦੇ ਵਿੱਚ ਉਹਦੇ ਪਤੀ ਦਾ ਸਿਰ ਕੱਟ ਕੇ ਪਹੁੰਚਿਆ ਹੋਵੇ ਤਾਂ ਉਸ ਸ਼ਹਾਦਤ ਦੇ ਦੌਰਾਨ ਕੀ ਮਨ ਵਿੱਚ ਬੀਤਦੀ ਏ, ਪਰ ਕੀ ਹਿੰਮਤ ਦਿੱਤੀ ਹੋਣੀ ਆ ਉਸ ਮਾਂ ਨੇ ਉਸ ਸਮੇਂ ਕਿ 9 ਵਰਿਆਂ ਦੇ ਬਾਲ ਨੂੰ ਇਤਿਹਾਸ ਅਜਿਹਾ ਸਿਰਜਣ ਲਈ ਤਿਆਰ ਕਰ ਦਿੱਤਾ ਜਿਹਦਾ ਕੋਈ ਮੁਕਾਬਲਾ ਹੀ ਕਿਸੇ ਥਾਂ ਤੇ ਨਹੀਂ। ਫਿਰ ਉਸ ਔਰਤ ਦੀ ਬਹਾਦਰੀ ਦੇਖੋ ਕਿ ਸਾਡੀ ਮਾਂ ਗੁਜਰੀ ਨੇ ਇੱਕ ਵਾਰ ਨਹੀਂ, 2 ਵਾਰ ਨਹੀਂ, 3 ਵਾਰ ਉਹ ਚੀਜ਼ਾਂ ਵੇਖੀਆਂ, ਇੱਕ ਵਾਰ ਵੀ ਡੋਲੀ ਨਹੀਂ। ਤਾਂ ਫਿਰ ਇਹ ਉਸੇ ਮਾਂ ਗੁਜਰੀ ਦੀਆਂ ਸ਼ੇਰਨੀਆਂ ਨੇ ਜੋ ਅੱਜ ਤੁਰੀਆਂ ਸਨ ਸੜਕਾਂ ਦੇ ਉੱਤੇ। ਇਹ ਭੂਮਿਕਾ ਕਿਵੇਂ ਨਕਾਰੀ ਜਾ ਸਕਦੀ ਹੈ, ਜਿਸਨੇ 2 ਵੱਡੇ ਸਾਹਿਬਜ਼ਾਦੇ ਵੀ ਜਾਂਦੇ ਵੇਖੇ ਤੇ ਛੋਟੇ ਸਾਹਿਬਜ਼ਾਦਿਆਂ ਦਾ ਪਤਾ ਸੀ ਨਹੀਂ ਬਚਣਾ। ਕੀ ਦੇਖੋ ਸਿੱਖਿਆ ਦੇ ਕੇ ਤੋਰੀ ਕਿ ਉਹਨਾਂ ਦੇ ਭੁੱਖੇ ਧਿਆਏ ਠੰਡ ਦੇ ਵਿੱਚ ਬੈਠਿਆਂ ਨੇ ਇੱਕ ਵਾਰ ਵੀ ਕਿੰਤੂ ਪਰੰਤੂ ਜਾਂ ਚੀਂ ਵੀ ਨਹੀਂ ਕੀਤੀ। ਤੇ ਫਿਰ ਇਹੋ ਸਿੱਖਿਆ ਨਾਲ ਭਾਈ ਤੁਸੀਂ ਜਵਾਬ ਦਿਓ ਆਪਣੇ ਪਿਓ ਨੂੰ, ਆਪਣੇ ਦਾਦੇ ਨੂੰ ਤੇ ਪੂਰੇ ਇਤਿਹਾਸ ਨੂੰ, ਜੋ ਪੂਰੇ ਪਿਛੋਕੜ ਨੂੰ ਤੇ ਆਉਣ ਵਾਲੀ ਜਿੰਨੇ ਵੀ ਹੋਣਗੇ ਪੁਸ਼ਤਾਂ ਨੂੰ ਤੁਸੀਂ ਉਹਨਾਂ ਨੂੰ ਸੇਧ ਦੇਣੀ ਹੈ। ਤੁਸੀਂ ਸਿਰ ਨੀਵਾ ਨਹੀਂ ਕਰਨਾ, ਅਣਖ ਦੇ ਨਾਲ ਜੀਣਾ, ਅਣਖ ਦੇ ਨਾਲ ਮਰਨਾ। ਇਹੋ ਜਿਹਾ ਸਬਕ ਜਿਸ ਧਰਮ ਵਿੱਚ ਸਿਖਾਇਆ ਜਾ ਰਿਹਾ ਹੋਵੇ ਕਿ ਤੁਸੀਂ ਅਣਖ ਨਾਲ ਮਰਨਾ ਜੇ, ਮਰਨ ਦਾ ਢੰਗ ਵੀ ਕਦੇ ਕਿਸੇ ਨੂੰ ਦੱਸਿਆ ਜਾਂਦਾ ਤੇ ਇਹੋ ਜਿਹੇ ਢੰਗ ਦੇ ਵਿੱਚ ਜਿੱਥੇ ਸਾਰਾ ਦੂਜਿਆਂ ਨੂੰ ਜੋੜ ਕੇ ਤੁਰਨਾ, ਜਿੱਥੇ ਜਾਤ ਪਾਤ ਦਾ ਵਿਤਕਰਾ ਖਤਮ ਕਰ ਦੇਣਾ, ਜਿੱਥੇ ਅਜਿਹੀ ਸਾਂਝ ਪਿਆਰ ਤੇ ਮੁਹੱਬਤ ਦੀ ਗੰਢ ਦੇਣੀ, ਉਸ ਥਾਂ ਤੇ ਦੱਸੋ ਕਿਉਂ ਨਾ ਕੋਈ ਬਦੋ ਬਦੀ ਉਹਦੇ ਵਿੱਚ ਜੁੜੇਗਾ। ਇੱਕ ਬੀਬੀ ਦੀਪ ਕੌਰ ਦੀ ਗੱਲ ਜ਼ਰੂਰ ਕਰਨਾ ਚਾਹੁੰਦੀ ਹਾਂ ਕਿਉਂਕਿ ਉਹ ਵੀ ਜੱਥੇ ਦੇ ਨਾਲ ਸੰਬੰਧਤ ਹੈ। ਤੇ ਉਹ ਜੱਥਾ ਕਿਹੋ ਜਿਹਾ ਸੀ, ਦਿਲ ਨੂੰ ਹਲੂਣਾ ਪੈਂਦਾ ਜੇ ਉਸ ਬੀਬੀ ਦੀ ਗੱਲ ਵੀ ਕਰਦੇ ਆ। ਖਿਮਾ ਕਰਿਓ ਜੇ ਮੇਰਾ ਰੱਤੀ ਮਾਸਾ ਦਿਲ ਭਰ ਗਿਆ ਕਿਉਂਕਿ 18 ਵਰਿਆਂ ਦੀ ਬਾਲੜੀ ਹੋਈ ਸੀ ਉਹ, ਤੇ ਉਦੋਂ ਵੀ ਗੁਰੂ ਸਾਹਿਬ ਦੇ ਨਾਲ ਧਰਮ ਯੁੱਧ ਮੋਰਚੇ ਵਿੱਚ ਸ਼ਾਮਲ ਹੋਣ ਲਈ ਤੁਰਿਆ ਸੀ ਜੱਥੇ ਵੱਖੋ ਵੱਖਰੀਆਂ ਥਾਵਾਂ ਤੋਂ। ਤੇ ਮਾਝੇ ਦਾ ਜੱਥਾ ਇੱਕ ਚੱਲਿਆ ਸੀ ਉੱਥੇ। ਤੇ ਉਦੋਂ ਇੱਕ ਪਿੰਡ ਨਿੱਕਾ ਜਿਹਾ ਸੀ ਵਿੱਚ ਤਲਬਨ। ਜ਼ੁਲਮ ਵੇਖ ਲਓ ਕਹਿਰ ਸੀ, ਵਾਹ ਵਰੋਲਾ ਸੀ ਉੱਥੇ, ਸਿਖਰ ਸੀ ਜਿਸ ਤਰੀਕੇ ਦੇ ਉੱਥੇ ਮੁਗਲ ਹੁਕਮਰਾਨਾਂ ਨੇ ਲੱਭ ਲੱਭ ਕੇ ਸਿੰਘਾਂ ਨੂੰ ਮਾਰਨ ਮੁਕਾਉਣਾ ਚਾਹਿਆ ਸੀ। ਤੇ ਫਿਰ ਇਹੋ ਜਿਹੇ ਵੀ ਹਾਲਾਤ ਸਨ ਜਿੱਥੇ ਡਰ ਤੇ ਭੈ ਨਾਲ ਲੋਕ ਦਰਵਾਜ਼ੇ ਬੰਦ ਕਰਕੇ ਬਹਿ ਗਏ ਸਨ। ਅਜਿਹੇ ਮਾਹੌਲ ਵਿੱਚ ਕਿਉਂਕਿ ਅੱਜ ਪੁੱਛਦੇ ਨੇ ਇਹ ਸਿੰਘਣੀਆਂ, ਇਹ ਸ਼ੇਰਨੀਆਂ ਕਿਵੇਂ ਕੇਸਰੀ ਦੁਪੱਟਿਆਂ ਨਾਲ ਬਾਹਰ ਨਿਕਲ ਆਈਆਂ ਨੇ, ਮੈਂ ਸਿਰਫ ਇਸੇ ਲਈ ਇਸ ਬੀਬੀ ਦਾ ਖਾਸ ਤੌਰ ਤੇ ਜ਼ਿਕਰ ਕਰਨਾ ਚਾਹੁੰਦੀ ਹਾਂ। ਜੇ ਮੈਂ ਸਾਰੀਆਂ ਬਹਾਦਰ ਸਿੰਘਣੀਆਂ ਦਾ ਜ਼ਿਕਰ ਕਰਨ ਲੱਗਾ ਤਾਂ ਮੇਰੀ ਉਮਰ ਵੀ ਥੋੜੀ ਹੈ ਜੇ ਮੈਂ ਹਰ ਇੱਕ ਦੀ ਗਾਥਾ ਵੱਖੋ ਵੱਖ ਸੁਣਾਉਣ ਲੱਗਾ। ਪਰ ਇਹ ਸਿੰਘਣੀ ਨੇ ਜੋ ਕਮਾਲ ਵਿਖਾਇਆ, ਮੇਰਾ ਖਿਆਲ ਹੈ ਉਹ ਬਾਕੀ ਸਾਰੀਆਂ ਸਿੰਘਣੀਆਂ ਦਾ ਵੀ ਵਿੱਚੇ ਆਪਣੇ ਆਪ ਹੀ ਜ਼ਿਕਰ ਆ ਜਾਂਦਾ ਹੈ ਕਿਉਂਕਿ ਪੂਰੇ ਪਿੰਡ ਵੀ ਅਜਿਹੇ ਸਨ ਜਿਹੜੇ ਡਰੇ ਬੈਠੇ ਸਨ ਕਿ ਜਿਸਨੇ ਵੀ ਮਦਦ ਕੀਤੀ ਜੱਥਿਆਂ ਦੀ ਜੋ ਧਰਮ ਯੁੱਧ ਲਈ ਵੱਖੋ ਵੱਖਰੇ ਹਿੱਸਿਆਂ ਵਿੱਚੋਂ ਪਹੁੰਚ ਰਹੇ ਸਨ ਗੁਰੂ ਸਾਹਿਬ ਕੋਲ ਆਨੰਦਪੁਰ ਸਾਹਿਬ, ਤਾਂ ਪਿੰਡ ਬਿਲਕੁਲ ਆਪਣੇ ਆਪ ਵਿੱਚ ਬੰਦ ਹੋ ਕੇ ਰਹਿ ਗਏ ਸਨ। ਕੁਝ ਪਿੰਡ ਜਿਨ੍ਹਾਂ ਦੇ ਵਿੱਚ ਸਿੰਘ ਜ਼ਿਆਦਾ ਸਨ, ਸਿੱਖ ਟੱਬਰ ਜ਼ਿਆਦਾ ਸਨ, ਉਹ ਨਿਕਲਦੇ ਸਨ ਕਿ ਅਜਿਹੇ ਜੱਥੇ ਸਾਡੇ ਜਦੋਂ ਵੀ ਪਿੰਡ ਦੇ ਬਾਹਰੋਂ ਲੰਘਣ ਮੇਨ ਰੋਡ ਉੱਤੇ ਪਹੁੰਚਦੇ ਸਨ ਤੇ ਉੱਥੇ ਲੰਗਰ ਪਾਣੀ ਲੈ ਕੇ ਸੇਵਾ ਕਰਦੇ ਸਨ, ਉਹਨਾਂ ਦੇ ਪੈਰ ਦਬਾਉਂਦੇ ਸਨ, ਜੁੱਤੀਆਂ ਝਾੜਦੇ ਸਨ, ਚੜ੍ਹਦੀ ਕਲਾ ਵਿੱਚ ਵਾਪਸ ਆਉਂਦੇ ਸਨ, ਜਿਵੇਂ ਕੁਝ ਬਖਸ਼ੀਸ਼ ਮਿਲੀ ਹੋਵੇ। ਇਹੋ ਜਿਹੀ ਚੀਜ਼ ਦੇ ਨਾਲ ਸੇਵਾ ਕਰਨ ਦੀ ਭਾਵਨਾ ਦੇ ਨਾਲ ਸਾਰੇ ਉੱਥੇ ਜਦੋਂ ਜੁੜ ਰਹੇ ਸਨ ਤਾਂ ਇੱਕ ਪਿੰਡ ਸੀ ਰਾਹ ਵਿੱਚ ਤਲਬਨ, ਛੋਟਾ ਜਿਹਾ ਪਿੰਡ ਸੀ ਜਿੱਥੇ ਮਾਝੇ ਤੋਂ ਆਉਂਦਾ ਇੱਕ ਜੱਥਾ ਲੰਘਣਾ ਸੀ। ਬੀਬੀ ਦੀਪ ਕੌਰ ਦਾ ਘਰ ਇਕੱਲਾ ਹੀ ਸੀ, ਯਾਨੀ ਇੱਕੋ ਸਿੱਖ ਟੱਬਰ ਸੀ ਉਸ ਸਾਰੇ ਥਾਂ ਤੇ। ਬੀਬੀ ਨਿਕਲੀ, ਖਾਣਾ ਆਪ ਬਣਾਇਆ, ਉਹਨੂੰ ਪਤਾ ਲੱਗਿਆ ਕਿ ਇੱਥੋਂ ਦੀ ਲੰਘਣਾ ਸਾਡਾ ਇੱਕ ਜੱਥਾ, ਤੇ ਕਿਵੇਂ ਚਾਹ ਤੇ ਮਲਾਰ ਦੇ ਨਾਲ ਉਹ ਖੜੀ ਸੀ। ਤੇ ਉਹ ਚਾਹ ਤੇ ਮਲਾਰ ਉਹੀ ਅੱਜ ਵੀ ਦੇਖ ਸਕਦੇ ਆ। ਉੱਥੇ ਜਾ ਕੇ 2 ਵਾਰ ਮੈਨੂੰ ਸੁਭਾਗ ਪ੍ਰਾਪਤ ਹੋਇਆ ਇਹੋ ਜਿਹੇ ਸਵਰਗ ਵਿੱਚ ਜਾਣ ਦਾ ਜਿੱਥੇ ਸਿੰਘੂ ਬਾਰਡਰ ਦੇ ਵਿੱਚ ਮੈਂ ਸੱਚਮੁੱਚ ਸਵਰਗ ਹੀ ਦੇਖ ਕੇ ਆਈ ਆ। ਸਾਡੇ ਪੰਜਾਬੀਆਂ ਦਾ ਉਸ ਚ ਨਾ ਕੋਈ ਹਿੰਦੂ ਸੀ, ਨਾ ਸਿੱਖ ਸੀ, ਨਾ ਮੁਸਲਮਾਨ ਸੀ, ਨਾ ਈਸਾਈ ਸੀ, ਸਾਰੇ ਹੀ ਪੰਜਾਬੀ ਸਨ। ਤੇ ਫਿਰ ਸਾਰੇ ਭਾਰਤੀ ਵੀ ਸਨ ਕਿਉਂਕਿ ਤਾਮਿਲਨਾਡੂ ਤੋਂ ਵੀ ਪਹੁੰਚੇ ਸਨ ਜਿਹੜੇ ਕਹਿੰਦੇ ਸਨ ਅਸੀਂ ਸਿਰਫ ਵੇਖਣਾ ਇੱਕ ਮਿਸਾਲ ਵਾਪਰਦੀ। ਤੇ ਫਿਰ ਉੱਥੇ ਯੂਪੀ ਦੇ ਵੀ ਸਨ, ਬਿਹਾਰ ਤੋਂ ਸਨ, ਯਾਨੀ ਕੋਈ ਐਸਾ ਬੰਦਾ ਨਹੀਂ ਸੀ
ਜਿਹੜਾ ਨਿਤਰਿਆ ਨਾ ਹੋਵੇ ਤੇ ਜਿਹੜਾ ਇਹ ਨਾ ਕਹਿੰਦਾ ਹੋਵੇ। ਅਸੀਂ ਸੁਣਿਆ ਸੀ ਇੱਥੇ ਜਦੋਂ ਖਲਕਤ ਇਕੱਠੀ ਹੋਵੇ, ਇੰਨੀ ਨਿਮਰਤਾ ਨਾਲ ਜੁੜੀ ਹੋਵੇ, ਉੱਥੇ ਗੁਰੂ ਨਾਨਕ ਦਿਸਦਾ। ਅਸੀਂ ਤਾਂ ਗੁਰੂ ਨਾਨਕ ਦੇ ਦਰਸ਼ਨ ਕਰਨ ਆਏ ਆ। ਇਹੋ ਜਿਹਾ ਸੁਣਦਿਆਂ ਉੱਥੇ ਸੱਚਮੁੱਚ ਬੰਦਾ ਨਿਹਾਲ ਹੋ ਜਾਂਦਾ, ਕਿਸੇ ਹੋਰ ਹੀ ਦੁਨੀਆ ਵਿੱਚ ਪਹੁੰਚ ਜਾਂਦਾ। ਇਸੇ ਤਰ੍ਹਾਂ ਉਹ ਜੱਥੇ ਦੀ ਸੇਵਾ ਵਾਸਤੇ ਜਿਵੇਂ ਉਹ ਬੀਬੀ ਤਿਆਰ ਹੋਈ, ਅਸੀਂ ਸਮਝ ਹੀ ਸਕਦੇ ਹਾਂ। ਅਸੀਂ ਵੀ ਅੱਜ ਸਾਨੂੰ ਲੱਗੇ ਕਿ ਇਸੇ ਤਰ੍ਹਾਂ ਕੋਈ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਜਾਂਦਾ ਤੇ ਸਾਡੇ ਬੂਹੇ ਅੱਗੋਂ ਲੰਘਣਾ, ਅਸੀਂ ਵੀ ਸ਼ਾਇਦ ਉਹਨਾਂ ਜੱਥੇ ਦੇ ਰਾਹੀਂ ਦਰਸ਼ਨ ਕਰਨ ਨੂੰ ਮਜਬੂਰ ਹੋ ਜਾਈਏ, ਸਭ ਕੁਝ ਨਿਛਾਵਰ ਕਰ ਦਈਏ। ਇਹੋ ਜਿਹੀ ਸੋਚ ਨਾਲ ਉਹ ਬੀਬੀ ਵੀ ਮੇਨ ਰੋਡ ਉੱਤੇ ਉਤਰੀ ਸੀ, ਘਰੋਂ ਲੰਗਰ ਪਕਾ ਕੇ ਲੈ ਕੇ ਗਈ ਕਿ ਮੈਂ ਉਸ ਜੱਥੇ ਦੀ ਸੇਵਾ ਕਰਨੀ ਹੈ ਤੇ ਉੱਥੋਂ ਹੀ ਸੋਚ ਲਵਾਂਗੀ ਕਿ ਮੈਂ ਆਪਣੇ ਗੁਰੂ ਦੇ ਦਰਸ਼ਨ ਕਰ ਲਏ। ਉਹਨੂੰ ਚੇਤੇ ਵੀ ਨਹੀਂ ਸੀ ਉਹਨੇ ਇਤਿਹਾਸ ਸਿਰਜ ਜਾਣਾ। ਤੇ ਉੱਥੇ ਜਿਵੇਂ ਹੀ ਮੇਨ ਰੋਡ ਤੇ ਖੜੀ ਸੀ, ਦੂਰੋਂ ਉਹਨੂੰ ਲੱਗਿਆ ਕਿ ਕੁਛ ਮਿੱਟੀ ਘੱਟਾ ਉੱਡਦਾ ਆਉਂਦਾ ਤੇ ਉਹਨੂੰ ਲੱਗਿਆ ਕਿ ਮੇਰਾ ਆਪਣੇ ਹੀ ਵੀਰ ਭੈਣ ਤੁਰੇ ਆਉਂਦੇ ਨੇ, ਘੋੜਿਆਂ ਤੇ ਹੋਣੇ ਨੇ, ਤੇ ਉਸੇ ਹੀ ਕਰਕੇ ਮੈਂ ਵੀ ਉਹਨਾਂ ਦੀ ਹੋਰ ਵੀ ਖੁਸ਼ ਹੋ ਗਈ ਕਿ ਮੈਂ ਹੁਣ ਇਹਨਾਂ ਦੀ ਸੇਵਾ ਕਰ ਸਕਾਂਗੀ। ਉਹ ਬੀਬੀ ਉੱਥੇ ਖੜੀ ਹੋਈ ਸੀ ਜਦੋਂ ਉਹਨੇ ਦੇਖਿਆ ਕਿ ਦੂਰੋਂ ਆਉਂਦਾ ਜੱਥਾ ਨਹੀਂ ਸੀ, ਦਰਅਸਲ ਉਹ ਤਾਂ ਮੁਗਲਾਂ ਦੀ ਉਹ ਟੁਕੜੀ ਸੀ ਜਿਹੜੀ ਆਦਮ ਬੋ ਕਰਦੀ ਆਉਂਦੀ ਪਈ ਸੀ ਕਿ ਮੈਂ ਅਸੀਂ ਦੇਖੀਏ ਕਿ ਜਿਹੜਾ ਵੀ ਕੋਈ ਦਿਸ ਜਾਵੇ ਤੇ ਮੈਂ ਇਨਾਮ ਲਵਾਂ, ਮੈਂ ਵੱਢ ਸੁੱਟਾਂ ਉਸਨੂੰ ਜਿਹੜਾ ਕੋਈ ਜੱਥੇ ਦੀ ਮਦਦ ਵੀ ਕਰ ਰਿਹਾ, ਜਾਂ ਜੱਥਾ ਵੀ ਦਿਸ ਜਾਏ ਤੇ ਖਤਮ ਕਰ ਦਈਏ, ਇਨਾਮ ਮਿਲੇਗਾ। ਹੁਣ 18 ਵਰਿਆਂ ਦੀ ਉਹ ਬਾਲੜੀ, ਜਿਸ ਦੀ ਖੂਬਸੂਰਤੀ ਦੇ ਚਰਚੇ ਆਲੇ ਦੁਆਲੇ ਦੇ 12 ਪਿੰਡਾਂ ਤੱਕ ਸਨ। ਇਹ ਲਿਖਤ ਇਤਿਹਾਸ ਹੈ ਜੋ ਉਸ ਸਮੇਂ ਦੇ ਮੁਗਲ ਇਤਿਹਾਸਕਾਰ ਨੇ ਲਿਖੇ ਨੇ। ਤੇ ਮੈਂ ਥੋੜਾ ਜਿਹਾ ਦੱਸ ਦਿਆਂ ਕਿ ਜਦੋਂ ਇਤਿਹਾਸ ਲਿਖਣ ਵਾਲਾ ਸਾਹਮਣਾ ਹੋਵੇ ਨਾ, ਉਹ ਥੋੜਾ ਜਿਹਾ ਘਟਾ ਕੇ ਲਿਖਦਾ ਹੈ, ਤਾਂ ਤੁਸੀਂ ਵੀ ਮੰਨਦੇ ਹੋ ਕਿ ਜੇ ਸਾਡਾ ਹਿੰਦ ਪਾਕ ਜੰਗ ਵੀ ਅੱਜ ਹੋ ਜਾਏ ਤਾਂ ਹਿੰਦ ਵਾਲੇ ਕਹਿਣਗੇ ਅਸੀਂ ਤਾਕਤਵਰ ਸੀ, ਪਾਕ ਵਾਲੇ ਕਹਿਣਗੇ ਅਸੀਂ ਤਾਕਤਵਰ ਸੀ। ਕੋਈ ਵਿਰਲਾ ਹੀ ਹੈ ਜਿਹੜਾ ਸੱਚ ਬੋਲ ਸਕੇਗਾ ਕਿ ਅਸਲ ਵਿੱਚ ਕੌਣ ਵਾਕਈ ਤਾਕਤਵਰ ਸੀ। ਪਰ ਜਦੋਂ ਕੋਈ 1 ਜਾਂ 2% ਕਿਸੇ ਵੱਲੋਂ ਤਾਰੀਫ ਕੀਤੀ ਜਾਂਦੀ ਹੈ ਤਾਂ ਅਸੀਂ ਸਮਝ ਸਕਦੇ ਹਾਂ ਉਹਨੂੰ ਜ਼ਰਬੇ 200 ਨਾਲ ਕਰਕੇ ਕਿ ਕੀ ਅਸਲ ਵਿੱਚ ਘਟਨਾ ਉਸ ਸਮੇਂ ਵਾਪਰੀ ਹੋਣੀ ਹੈ। 18 ਵਰਿਆਂ ਦੀ ਬਾਲੜੀ ਤੇ 12 ਜਣੇ ਘੋੜੇ ਤੇ ਸਵਾਰ, ਜੋ ਕਿ 6.25 ਫੁੱਟ ਦੇ ਨੌਜਵਾਨ ਸਨ। ਉਸ ਜਿਹੜੇ ਮੁਗਲ ਫੌਜੀ ਉੱਥੇ ਪਹੁੰਚੇ ਸਨ, ਉਹਨਾਂ ਦਾ ਉੱਥੇ ਖੜੇ ਹੋਣਾ ਤੇ ਉਸ ਬੀਬੀ ਦਾ ਰਤਾ ਮਾਸਾ ਵੀ ਡਰ ਨਾਲ ਨਾ ਥਿੜਕਣਾ। ਤੇ ਉਹਨਾਂ ਪੁੱਛਿਆ ਜਦੋਂ ਕਿ ਤੂੰ ਬੀਬੀ ਇੰਨੀ ਕਿਉਂਕਿ ਉਹ ਖੂਬਸੂਰਤ ਬੜੀ ਸੀ, ਜਿਹੜਾ ਲੀਡਰ ਸੀ ਜੱਥੇ ਦਾ, ਉਹਦਾ ਦਿਲ ਉਹਦੇ ਤੇ ਆ ਗਿਆ, ਬੇਈਮਾਨ ਹੋ ਗਿਆ। ਤੇ ਉਹ ਪੁੱਛਣ ਲੱਗਾ, ਬੀਬਾ ਏਡੀ ਤੂੰ ਇੱਥੇ ਕਿਉਂ ਖੜੀ ਹੈ, ਕਿਵੇਂ ਖੜੀ ਹੈ? ਵੇਖੋ, ਇੱਕ ਔਰਤ ਜਦੋਂ 18 ਵਰਿਆਂ ਦੀ ਇਕੱਲੀ ਨਿਹੱਥੀ ਉਸ ਥਾਂ ਤੇ, ਅਜਿਹੀ ਥਾਂ ਜਿੱਥੇ ਮੌਤ ਸਾਹਮਣੇ ਹੈ, ਬੜੇ ਆਰਾਮ ਨਾਲ ਝੂਠ ਬੋਲ ਸਕਦੀ ਸੀ। ਇਹ ਸ਼ਬਦ ਉਹਦੇ ਕਹਿਣੇ ਕਿ ਮੈਂ ਜੱਥੇ ਦੀ ਸੇਵਾ ਲਈ ਖੜੀ ਹਾਂ, ਸਪਸ਼ਟ ਦਰਸਾਉਂਦਾ ਕਿ ਮੌਤ ਦਾ ਭੈ ਬਿਲਕੁਲ ਖਤਮ ਹੋ ਚੁੱਕਿਆ ਸੀ। ਉਹ ਬੀਬੀ ਜਾਣਦੀ ਸੀ ਕਿ ਸਾਡੀ ਤਾਂ ਮੌਤ ਯਕੀਨ ਜਿਹੜੀ ਹੈ ਉਹ ਵੀ ਮਿਸਾਲੀ ਹੋਣੀ ਚਾਹੀਦੀ ਹੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛਾਡਾਸ। ਅਜਿਹੀ ਸੋਚ ਨਾਲ ਜਿਹੜੀ ਬੀਬੀ ਖੜੀ ਹੋਏਗੀ 18 ਵਰਿਆਂ ਦੀ, ਅਸੀਂ ਸਮਝ ਸਕਦੇ ਹਾਂ ਉਹਦੀ ਮਾਨਸਿਕ ਤਾਕਤ ਕਿੱਡੀ ਤਗੜੀ ਹੋਣੀ ਹੈ, ਜਿਸ ਜਿਹੜੀ ਸਰੀਰਕ ਤਾਕਤ ਨੂੰ ਆਪਣੇ ਆਪ ਹੀ ਦੁਗਣਾ ਤਿਗਣਾ ਜਾਂ ਚੌਗਣਾ ਕਰ ਸਕਦੀ ਹੈ। ਜਿਵੇਂ ਹੀ ਉਸਨੇ ਪੁੱਛਿਆ ਇਹ ਕਿ ਤੁਸੀਂ ਕਿਉਂ ਖੜੇ ਹੋ, ਤੇ ਉਹਨੇ ਜਵਾਬ ਦਿੱਤਾ ਕਿ ਮੈਂ ਜੱਥੇ ਦੀ ਸੇਵਾ ਲਈ ਖੜੀ ਹਾਂ, ਤਾਂ ਉਹ ਥੋੜਾ ਹੈਰਾਨ ਹੋ ਗਏ ਕਿ ਇਹਨੂੰ ਪਤਾ ਹੈ ਕਿ ਮੌਤ ਸਾਹਮਣੇ ਹੈ ਤੇ ਅਸੀਂ ਮਾਰਨ ਹੀ ਆਏ ਫਿਰਦੇ ਹਾਂ, ਇਸ ਤਰ੍ਹਾਂ ਕਿਵੇਂ ਕਹਿ ਸਕਦੀ ਹੈ? ਤੇ ਦੇਖੋ, ਮੈਂ ਸ਼ਬਦ ਜੋ ਉਸ ਸਮੇਂ ਉਹਨੇ ਬੋਲੇ ਤੇ ਜੋ ਮੁਗਲ ਇਤਿਹਾਸ 'ਚ ਲਿਖੇ ਨੇ, ਮੈਂ ਪੜ੍ਹ ਕੇ ਸੁਣਾਉਣਾ ਚਾਹੁੰਦੀ ਹਾਂ, ਇਸ ਕਰਕੇ ਕਿਉਂਕਿ ਉਹ ਸ਼ਬਦ ਜਦੋਂ ਤੁਸੀਂ ਸੁਣੋਗੇ ਤੇ ਅੱਜ ਦੇ ਜੋ ਮੌਜੂਦਾ ਸ਼ਬਦ ਵਰਤੇ ਜਾ ਰਹੇ ਨੇ, ਜੇ ਇੱਕ ਹਰਫ ਵੀ ਵੱਖ ਹੋਇਆ ਤਾਂ ਦੱਸਣਾ ਕਿ ਉਦੋਂ ਤੇ ਇਦੋਂ 'ਚ ਫਰਕ ਕੀ ਸੀ। ਤੇ ਜੇ ਸਾਡੇ ਸਿਆਣੇ ਜਾਂ ਵੱਡੇ ਕਹਿੰਦੇ ਨੇ ਇਤਿਹਾਸ ਦੁਹਰਾਉਂਦਾ ਜ਼ਰੂਰ ਏ, ਤਾਂ ਫਿਰ ਕੀ ਇਹ ਦੁਹਰਾਇਆ ਨਹੀਂ ਗਿਆ? ਤੇ ਫਿਰ ਉਸ ਇਤਿਹਾਸ ਵਿੱਚ ਜੇ ਜਿੱਤ ਅਜਿਹੇ ਮਾਹੌਲ ਦੇ ਵਿੱਚ ਹੋਈ ਸੀ, ਤਾਂ ਫਿਰ ਅੱਗੋਂ ਇਤਿਹਾਸ ਜੇ ਦੁਹਰਾਉਣਾ ਨੇ ਤਾਂ ਅਜਿਹੇ ਮਾਹੌਲ ਵਿੱਚ ਜਿੱਤ ਫਿਰ ਵੀ ਹੋਈ ਜਾਣੀ ਹੈ। ਵੇਖੋ, ਲਿਖਿਆ ਜੇ ਕਿ ਅਫਸਰ ਨੇ ਉਹਨੂੰ ਕਿਹਾ, ਤੈਨੂੰ ਪਤਾ ਉਹ ਫਸਾਦੀ ਤੇ ਬਾਗੀ ਨੇ? ਜ਼ਰਾ ਸੁਣ ਲਿਓ, ਇਹੋ ਸ਼ਬਦ ਉਹਨੇ ਕਿਹਾ ਸੀ, ਫਸਾਦੀ ਤੇ ਬਾਗੀ ਨੇ, ਤੇ ਹਾਕਮਾਂ ਦੀ ਨਿਗਾਹ ਵਿੱਚੋਂ ਗੱਦਾਰ ਤੇ ਦੁਸ਼ਮਣ ਨੇ। ਕਮਾਲ ਹੀ ਜੇ ਕਿ ਇਹ ਵੀ ਨਾਲ ਉਹਨੇ ਕਿਹਾ
ਕਿ ਇਹਨਾਂ ਨੂੰ ਮਾਰ ਮੁਕਾਇਆ ਜਾਣਾ ਤੇ ਤੂੰ ਵੀ ਹੁਣ ਖਤਮ ਹੋਈ ਸਮਝ। ਹੁਣ ਦੀਪ ਕੌਰ ਨੇ ਜਵਾਬ ਪਤਾ ਜੇ ਉਦੋਂ ਕੀ ਦਿੱਤਾ ਜੋ ਲਿਖਿਆ ਜੇ, ਖਰੇ ਇਸ ਤੋਂ ਵੀ ਕਾਫੀ ਡਾਢੇ ਤਰੀਕੇ ਬੋਲੀ ਹੋਣੀ ਹੈ, ਜੋ ਉਸ ਸਮੇਂ ਨਿਡਰਤਾ ਹੋਣੀ ਹੈ। ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਸਨੇ ਕਿਹਾ, ਜੋ ਮਨੁੱਖੀ ਹੱਕਾਂ ਤੇ ਮੁਲਕ ਦੀ ਸੇਵਾ ਲਈ ਜਾਨ ਵਾਰਦਾ ਹੋਵੇ, ਹਰ ਸਦੀ ਦੇ ਹਾਕਮਾਂ ਲਈ ਉਹ ਗੱਦਾਰ ਹੀ ਹੁੰਦਾ ਹੈ ਨਾ ਕਮਾਲ। ਤੇ ਜਿਹੜਾ ਸੱਚੀ ਗੱਲ ਕਰੇਗਾ, ਹੁਕਮਰਾਨ ਉਹਨੂੰ ਦੁਸ਼ਮਣ ਹੀ ਮੰਨਦੇ ਨੇ, ਤੇ ਜਿਹੜਾ ਖੁਸ਼ਾਮਦ ਕਰਦਾ ਉਹਨੂੰ ਮਦਦਗਾਰ ਮੰਨਦੇ ਨੇ। ਸਿੰਘਾਂ ਨੇ ਅੱਜ ਤੱਕ ਕਿਸੇ ਦਾ ਹੱਕ ਨਹੀਂ ਮਾਰਿਆ ਤੇ ਮਜ਼ਲੂਮਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਨੇ। ਜੇ ਹਕੂਮਤ ਇਹਨਾਂ ਨੂੰ ਬਾਗੀ ਗਿਣਦੀ ਏ ਤਾਂ ਮੈਂ ਬਾਗੀ ਹਾਂ। ਇਹ ਸ਼ਬਦ ਇੰਨੇ ਕੀ ਲਿਖੇ ਨੇ, ਪਰ ਅੰਦਾਜ਼ਾ ਲਾ ਸਕਦੇ ਹਾਂ ਕਿਸ ਲਹਿਜ਼ੇ ਨਾਲ, ਕਿਸ ਜ਼ਬਰਦਸਤ ਨਿਰਭੈਤਾ ਨਾਲ ਇਹ ਗੱਲ ਕੀਤੀ ਹੋਣੀ ਹੈ। ਅੰਦਾਜ਼ਾ ਲਾਇਆ ਜਾ ਸਕਦਾ ਸੌਖਿਆ ਹੀ। ਤੇ ਫਿਰ ਉਹ ਮੁਗਲ ਫੌਜੀ ਜੋ ਦੀਵਾਨਾ ਹੋਇਆ ਪਿਆ ਸੀ, ਵਾਰ-ਵਾਰ ਉਸਦੇ ਵੱਲ ਇਸ਼ਾਰੇ ਕਰਦਿਆਂ ਉਹਨੂੰ ਇਹ ਵੀ ਕਹਿਣਾ ਕਿ ਭਾਈ ਤੂੰ ਇਸਲਾਮ ਕਬੂਲ ਕਰ, ਛੱਡ ਪਰਾਂ, ਮੇਰੀ ਬੇਗਮ ਬਣ ਜਾ, ਤੈਨੂੰ ਹੀਰੇ ਜਵਾਹਰਾਤਾਂ ਨਾਲ ਲੱਦ ਦਿਆਂਗਾ। ਯਾਨੀ ਉਸਨੇ ਅਨੇਕ ਲਾਲਚ ਦਿੱਤੇ ਕਿ ਰੇਸ਼ਮੀ ਕੱਪੜੇ ਤੇਰੇ ਪੈਰਾਂ ਥੱਲੇ, ਦਰੀਆਂ ਤੇਰੇ ਸਭ ਪਾਸੇ ਨੌਕਰਾਣੀਆਂ, ਹਰ ਚੀਜ਼ ਦਾ ਉਸਨੇ ਲਾਲਚ ਦੇ ਕੇ ਦੇਖ ਲਿਆ। ਕਿਉਂ ਮਰਨਾ ਚਾਹੁੰਦੀ ਹੈ ਇਸ ਨੌਜਵਾਨ ਇਸ ਹਾਲਤ ਵਿੱਚ, ਭਾਈ ਤੂੰ ਆ ਜਾ, ਮੇਰੀ ਬੇਗਮ ਬਣ ਤੇ ਰਾਜ ਕਰ। ਅੱਤ ਦਾ ਯਾਨੀ ਉਸਨੇ ਜੋ ਗੰਦਗੀ ਬੋਲੀ ਜਾ ਸਕਦੀ ਸੀ ਬੋਲੀ। ਤੇ ਸਾਡੇ ਕੋਲ ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਵੀ ਉਚਾਰਿਆ ਸੀ ਤੈਂ ਕੀ ਦਰਦ ਨਾ ਆਇਆ, ਯਾਨੀ ਔਰਤਾਂ ਦੀ ਬੇਪਤੀ ਕਰਨੀ ਉਸ ਸਮੇਂ ਬੜੀ ਆਮ ਜਿਹੀ ਗੱਲ ਸੀ। ਉਸ ਫਿਰ ਵੀ ਕਿਹਾ ਕਿ ਭਾਈ ਇਹ ਨੇਕ ਨੀਅਤੀ ਵਾਲੇ ਸਿੱਖ ਨੇ, ਤੁਸੀਂ ਤਾਂ ਈਰਖਾ ਦੇ ਤੁਸੀਂ ਈਰਖਾ ਨਾਲ ਤੁਹਾਡਾ ਮਨ ਸੜਿਆ ਪਿਆ ਤੇ ਤੁਹਾਨੂੰ ਦਿਸ ਹੀ ਨਹੀਂ ਰਿਹਾ ਕੀ ਸੱਚ ਹੈ ਕੀ ਝੂਠ ਹੈ। ਤੁਸੀਂ ਬੇਦੋਸਿਆਂ ਤੇ ਜ਼ੁਲਮ ਢਾ ਰਹੇ ਹੋ, ਪਰ ਚੇਤੇ ਰੱਖਿਓ ਇਹ ਬੇਦੋਸੇ ਇਤਿਹਾਸ ਸਿਰਜਣਗੇ। ਕਿਸੇ ਵੀ ਚੀਜ਼ ਦਾ ਉਸ ਤੇ ਅਸਰ ਨਹੀਂ ਸੀ ਹੋ ਰਿਹਾ। ਜਦੋਂ ਉਹਨੇ ਉਹਦੇ ਅੱਖਾਂ ਤੇ ਬੁੱਲਾਂ ਦੀ ਤਾਰੀਫ ਕਰਨੀ ਸ਼ੁਰੂ ਕੀਤੀ ਤਾਂ ਉਹਦਾ ਖੂਨ ਖੌਲ ਗਿਆ। ਬੀਬੀ ਦੀਪ ਕੌਰ ਨੇ ਉਦੋਂ ਕਿਹਾ, ਹਾਲੇ ਵੀ ਮੈਂ ਆਖਰੀ ਵਾਰ ਤੈਨੂੰ ਕਹਿ ਰਹੀ ਹਾਂ, ਟਲ ਜਾ, ਨਹੀਂ ਤਾਂ ਮੇਰੇ 'ਚ ਇੰਨੀ ਤਾਕਤ ਹੈ ਕਿ ਤੇਰੀ ਮਾੜੀ ਬੋਲਦੀ ਜ਼ਬਾਨ ਦੇ ਡੱਕਰੇ ਕਰ ਦਿਆਂਗੀ। ਪਛਤਾਏਗਾ, ਹਾਲੇ ਵੀ ਟਲ ਜਾ, ਮੈਂ ਮਾਂ ਗੁਜਰੀ ਦੀ ਸ਼ੇਰਨੀ ਆ, ਇਹੋ ਜਿਹੇ ਸ਼ਬਦ ਮੈਂ ਸੁਣਨ ਦੀ ਆਦੀ ਨਹੀਂ। ਪਰ ਸਾਨੂੰ ਪਤਾ ਹੈ ਕਿ ਉਹ ਜਦੋਂ ਇਸ ਹਾਲਤ 'ਚ ਹੋਣ, ਤਾਕਤ ਦਾ ਨਸ਼ਾ, ਸਰਕਾਰੀ ਮੁਲਾਜ਼ਮਾਂ ਨੂੰ ਉਸ ਕੁਰਸੀ ਦਾ, ਤੇ ਫਿਰ ਸਾਹਮਣੇ ਉਹਨੂੰ ਪਤਾ ਸੀ ਕਿ ਅਸੀਂ ਤਾਂ 12 ਜਣੇ, ਉਹ ਵੀ ਲੈਸ ਆ ਹਥਿਆਰਾਂ ਨਾਲ, ਉਹ ਵੀ ਘੋੜਿਆਂ ਦੇ ਉੱਤੇ ਬੈਠੇ, ਕੀ ਮਜਾਲ ਹੈ, ਕੀ ਜੁਰਤ ਹੈ, ਇਸ 18 ਵਰਿਆਂ ਦੀ ਔਰ ਜਿਹੜੀ ਬੱਚੀ ਖੜੀ ਹੈ, ਇਹ ਸਾਡਾ ਕੀ ਵਿਗਾੜ ਸਕਦੀ ਹੈ। ਪਰ ਜਦੋਂ ਹੀ ਉਹ ਉਤਰਿਆ ਘੋੜੇ ਤੋਂ, ਜਿਉਂ ਹੀ ਉਹਦੇ ਨੇੜੇ ਹੋਇਆ, ਉਹਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਨ ਲੱਗਾ, ਤਾਂ ਕਮਾਲ ਵੇਖੋ ਕਿ ਜਿਸ ਤੇਜ਼ੀ ਤੇ ਫੁਰਤੀਲੇਪਨ ਨਾਲ ਉਹਨੇ ਆਪਣੇ ਕਮਰ ਨਾਲ ਬੰਨੀ ਕਟਾਰ ਕੱਢ ਕੇ ਉਹਦਾ ਇੱਕੋ ਸਕਿੰਟ ਦੇ ਵਿੱਚ ਸਿਰ ਧੜ ਤੋਂ ਅਲੱਗ ਕਰ ਦਿੱਤਾ, ਤਾਂ ਸਾਹਮਣੇ 11 ਜਣੇ ਖੜੇ ਦਹਿਲ ਗਏ ਸਨ। ਇਹ ਵਾਪਰਿਆ ਕੀ? ਇੱਕ ਇਕੱਲੀ ਇਹਨੇ ਹੱਥੀ ਔਰਤ ਖੜੀ ਜੋ ਕਿ ਲੰਗਰ ਦੇ ਡੱਬੇ ਲਈ ਖੜੀ ਹੈ, ਕਿ ਇਸ ਤਰੀਕੇ ਵੀ ਕਰ ਸਕਦੀ? ਯਾਨੀ ਇੱਕ ਪਾਸੇ ਜੇ ਸਬਰ ਦੀ ਮਿਸਾਲ ਸੀ ਤਾਂ ਦੂਜੇ ਪਾਸੇ ਉਹਨੇ ਫੁਰਤੀ ਜੋ ਦਿਖਾਈ ਕਿ ਸ਼ੇਰਨੀ ਕਿਸ ਤਰੀਕੇ ਵਾਰ ਕਰ ਸਕਦੀ ਹੈ ਜਦੋਂ ਤੁਸੀਂ ਉਹਦੀ ਪੱਤ ਤੇ ਹੱਥ ਪਾਉਂਦੇ ਹੋ। ਤੇ ਫਿਰ ਜੋ ਜੰਗ ਵਾਪਰੀ ਉਹਨੂੰ ਭਾਵੇਂ ਬਹੁਤ ਥੋੜੇ ਹਿੱਸੇ ਵਿੱਚ ਬਿਆਨ ਕੀਤਾ ਗਿਆ ਕਿ ਉਸੇ ਹੀ ਫੌਜੀ ਦਾ ਉਹਨੇ ਤਲਵਾਰ ਵੀ ਚੁੱਕੀ, ਉਹਨੇ ਬੰਦੂਕ ਵੀ ਚੱਕੀ, ਤੇ 2 ਹੋਰ ਅਗਾਂਹ ਆਉਂਦੇ ਉਹ ਜਿਹੜੇ ਉਦੋਂ ਸਨ ਫੌਜੀ, ਉਹਨਾਂ ਨੂੰ ਵੀ ਵੱਢ ਸੁੱਟਿਆ। ਤੇ ਫਿਰ ਉਹਨਾਂ ਦੇ ਹੀ ਘੋੜੇ ਤੇ ਚੜ ਜਿਸ ਤਰੀਕੇ ਉਹਨੇ ਘੁਮਾਊਦਾਰ ਵਾਰ ਕੀਤੇ, ਉਹ ਆਪ ਛਲਣੀ ਹੋ ਗਈ ਸੀ, ਕਿਉਂਕਿ ਸਾਰੇ 6-6 ਸਵਾ 6 ਫੁੱਟ ਦੇ ਉਹ ਸਾਰੇ ਸਨ। ਨੇਜ਼ਾ ਉਹਦੀ ਖੱਬੀ ਬਾਂਹ ਚੋਂ ਆਰ ਪਾਰ ਵੀ ਲੰਘਿਆ। ਤੇ ਫਿਰ ਇਹ ਕਹਿੰਦੇ ਨੇ ਕਿ ਉਹਦਾ ਲਗਭਗ ਜਿਸਮ ਦੇ ਵਿੱਚ 38 ਪੂਰੇ ਆਰ ਪਾਰ ਲੰਘੇ ਫੱਟ ਸਨ। ਇਹ ਹਾਲ ਦੇ ਵਿੱਚ ਜਦੋਂ ਇੱਕਦਮ ਮਾਰ ਮੁਕਾਉਣ ਲੱਗੇ ਸਨ ਤਾਂ ਪਿੱਛੋਂ ਸਿੰਘਾਂ ਦਾ ਜੱਥਾ ਆ ਗਿਆ, ਜਿਨ੍ਹਾਂ ਨੇ ਉਸ ਸਮੇਂ ਆ ਕੇ ਉਹਨੂੰ ਦੇਖ ਕੇ ਜਿਹੜੇ ਬਾਕੀ ਬਚੇ ਸਨ ਉਹ ਦੌੜ ਗਏ, ਤੇ ਉਹਨਾਂ ਆ ਕੇ ਦੇਖਿਆ ਕਿ ਇੱਥੇ ਇੱਕ
ਇੰਨੀ ਜ਼ਖਮੀ ਹਾਲਤ ਵਿੱਚ ਇੱਕ ਬੱਚੀ ਤੇ ਉਹਦੇ ਆਲੇ ਦੁਆਲੇ 8 ਇਸ ਤਰੀਕੇ ਵੱਡੇ ਹੋਏ ਏਡੇ ਏਡੇ ਤਗੜੇ ਫੌਜੀ। ਆਖਰ ਕੀ ਕਮਾਲ ਵਾਪਰਿਆ, ਬਹਾਦਰੀ ਦੀ ਕੀ ਮਿਸਾਲ ਸੀ ਕਿ ਉਹਦੇ ਹੱਥੋਂ ਤਲਵਾਰ ਖੋਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਇੰਨਾ ਲਹੂ ਵਹਿ ਚੁੱਕਿਆ ਸੀ ਕਿ ਜੰਮ ਚੁੱਕੀ ਸੀ ਉਹਦੇ ਹੱਥ ਵਿੱਚ ਤਲਵਾਰ। ਉਹ ਲਾਉਂਦਿਆਂ ਵੀ ਉਹਦਾ ਸਾਰਾ ਮਾਸ ਲੈ ਗਿਆ। ਜਿਸ ਹਾਲਤ ਵਿੱਚ, ਜ਼ਖਮੀ ਹਾਲਤ ਵਿੱਚ, ਲਹੂ ਲੁਹਾਨ ਉਹ ਬੀਬੀ ਨੂੰ ਜੱਥਾ ਲੈ ਕੇ ਤੁਰਿਆ। ਕਮਾਲ ਇਹ ਵੇਖੋ ਕਿ ਉਦੋਂ ਗੁਰੂ ਸਾਹਿਬ ਦੇ ਕੋਲ ਜਦੋਂ ਜਿੱਥੇ ਸਭ ਨੇ ਪਹੁੰਚਣਾ ਸੀ, ਤਾਂ ਉਦੋਂ ਪਹੁੰਚ ਕੇ ਜੋ ਮਾਣ ਉਸ ਬੀਬੀ ਨੂੰ ਪ੍ਰਾਪਤ ਹੋਇਆ ਤੇ ਜੋ ਸ਼ਬਦ ਗੁਰੂ ਸਾਹਿਬ ਵੱਲੋਂ ਕਹੇ 2 ਜਾਂ 3 ਸਿਰਫ ਦਰਜ ਨੇ, ਮੇਰਾ ਖਿਆਲ ਹੈ ਉਹ ਅੱਜ ਦੇ ਜੋ ਇਸ ਮੌਜੂਦਾ ਮਾਹੌਲ ਨੂੰ ਪੂਰੀ ਸਪਸ਼ਟ ਰੂਪ ਵਿੱਚ ਬਿਆਨ ਕਰ ਦਿੰਦੇ ਨੇ। ਕਿਉਂਕਿ ਉਹਨੂੰ ਜਦੋਂ ਲੈ ਕੇ ਗਏ ਤਾਂ ਗੁਰੂ ਸਾਹਿਬ ਨੇ ਕਿਹਾ, ਮੇਰੀ ਧੀ ਕਿੱਥੇ ਹੈ, ਉਹਦਾ ਕੀ ਹਾਲ ਹੈ? ਤੇ ਉਹਨਾਂ ਦੇ ਵੱਲੋਂ ਛੋਹ ਵੀ ਉਹਨੂੰ ਪ੍ਰਾਪਤ ਹੋਈ, ਉਹਦੇ ਜ਼ਖਮਾਂ ਤੇ ਮਲਮ ਵੀ ਲਾਈ ਗਈ। ਤੇ ਫਿਰ ਜੋ ਗੁਰੂ ਸਾਹਿਬ ਨੇ ਉਸ ਸਮੇਂ ਉਚਾਰਿਆ ਕਿ ਤੁਸੀਂ ਬੀਬੀਓ ਆਪਣੀ ਤਾਕਤ ਪਛਾਣੋ, ਸਰੀਰਕ ਤਾਕਤ ਮਾਨਸਿਕ ਤਾਕਤ ਨਾਲ ਦੁਗਣੀ ਤੇ ਤਿਗਣੀ ਹੋ ਜਾਂਦੀ ਹੈ। ਆਪਣੇ ਹੱਕਾਂ ਲਈ ਆਵਾਜ਼ ਚੁੱਕਣੀ ਸਿੱਖੋ, ਤੇ ਜਿਹੜੀ ਕੋਈ ਕੈਰੀ ਅੱਖ ਪੈਂਦੀ ਹੈ ਨਾ ਤੁਹਾਡੇ ਉੱਤੇ, ਜਾਨ ਵਾਰ ਦਿਓ, ਪਰ ਉਸ ਕੈਰੀ ਅੱਖ ਨੂੰ ਛੱਡਣਾ ਨਹੀਂ ਜੇ। ਬਿਲਕੁਲ ਇਨ ਬਿਨ ਇਹੋ ਅੱਜ ਦਾ ਮਾਹੌਲ ਹੈ, ਜਿੱਥੇ ਹੱਕ ਖੋ ਲਿਆ ਗਿਆ, ਜਿੱਥੇ ਇਸ ਹਾਲ ਤੱਕ ਲਿਆ ਰੱਖਿਆ ਕਿ ਖੁਦਕੁਸ਼ੀਆਂ ਲੱਖਾਂ ਦੀ ਗਿਣਤੀ ਵਿੱਚ ਪਹਿਲਾਂ ਹੋ ਚੁੱਕੀਆਂ ਨੇ, ਤੇ ਜਿੱਥੇ ਉਹਦੇ ਬਾਵਜੂਦ ਕਰਜ਼ਿਆਂ ਥੱਲੇ ਦੱਬੇ ਸੰਗ ਘੁੱਟ ਲਏ ਗਏ, ਮਾਵਾਂ ਦੇ ਪੁੱਤਾਂ ਨੂੰ ਨਸ਼ਿਆਂ ਦੇ ਵੱਲ ਤੋਰ ਦਿੱਤਾ ਗਿਆ, ਜਿੱਥੇ ਅੱਤ ਦਾ ਜ਼ੁਲਮ ਹੁਣ ਹੋਣਾ ਸ਼ੁਰੂ ਹੋਇਆ ਕਿ ਮਾਵਾਂ ਨਾ ਸਿਰਫ ਪੁੱਤਾਂ ਲਈ ਰੋਂਦੀਆਂ ਨੇ, ਆਵਾਜ਼ਾਂ ਕੱਢਦੀਆਂ ਸਨ। ਇੱਥੇ 1 ਨਹੀਂ 2 ਨਹੀਂ 37 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਸ ਕੀਤੇ, ਨਸ਼ੇ ਦੇ ਬੰਦ ਕਰ ਦਿਓ ਵਪਾਰ, ਇੱਥੇ ਸਾਡੇ ਨੌਜਵਾਨ ਸਾਡੇ ਗੱਭਰੂ ਅਣਖ ਨਾਲ ਜੀ ਲੈਣ ਦਿਓ। ਉਹਦੇ ਉੱਤੇ ਵੀ ਜਦੋਂ ਹੁਣ ਜ਼ਮੀਨਾਂ ਤੱਕ ਖੋਣ ਦਾ ਸਮਾਂ ਆ ਗਿਆ, ਤਾਂ ਜੋ ਮਾਂ ਗੁਜਰੀ ਦੀਆਂ ਸ਼ੇਰਨੀਆਂ ਨੇ ਕਰ ਵਿਖਾਇਆ, ਇਹ ਬਿਲਕੁਲ ਇਨ ਬਿਨ ਆਪਣੀ ਵਿਰਾਸਤ ਚੋਂ ਨਾ ਲਿਆ, ਜਿੱਥੇ ਇਹਨਾਂ ਨੇ ਹੁਣ ਸਾਹਮਣੇ ਆ ਕੇ ਦਿਖਾ ਦਿੱਤਾ ਕਿ ਅਸੀਂ ਆਪਣੇ ਹੱਕ ਲੈਣੇ ਵੀ ਜਾਣਦੀਆਂ, ਉਹਨਾਂ ਲਈ ਲੜਨਾ ਵੀ ਜਾਣਦੀਆਂ, ਤੇ ਫਿਰ ਉਹਨਾਂ ਲਈ ਹੱਕਾਂ ਪ੍ਰਤੀ ਜਾਨ ਵਾਰਨਾ ਵੀ ਜਾਣਦੀਆਂ। ਤੇ ਉਹਦੇ ਲਈ ਕਮਾਲ ਦੇਖੋ, ਬੇਬੇ ਦੀਆਂ ਰਸੋਈਆਂ ਤੋਂ ਲੈ ਕੇ ਲੰਗਰ ਵੀ ਛਕਾਇਆ, ਉਹਨਾਂ ਦੀ ਸੇਵਾ ਵੀ ਕੀਤੀ, ਗਰਮ ਕੱਪੜੇ ਵੀ ਵੰਡਦੀਆਂ ਨੇ, ਸਵੈਟਰ ਵੀ ਬੁਣ ਕੇ ਦੇ ਰਹੀਆਂ ਨੇ। ਤੇ ਫਿਰ ਸਾਰਾ ਕੁਝ ਕਰਨ ਦੇ ਬਾਅਦ ਖੜੀਆਂ ਹਿੱਕ ਲੈ ਕੇ ਹੱਥ ਮਾਰ ਕੇ ਝੰਡੇ ਲੈ ਕੇ ਖੜੀਆਂ ਕਹਿੰਦੀਆਂ ਨੇ, ਪੁੱਤਾ ਚੱਲ, ਤੈਨੂੰ ਮਾਂ ਦੀ ਅਸੀਸ ਏ, ਤੇਰੇ ਤੋਂ ਪਹਿਲਾਂ ਤੇਰੀ ਮਾਂ ਵਾਰੀ ਜਾਊਗੀ, ਚੱਲ ਮੈਂ ਤੇਰੇ ਨਾਲ ਆ। ਇਹੋ ਜਿਹੀ ਅਸੀਸ ਮਾਂ ਗੁਜਰੀ ਦੀ ਸ਼ੇਰਨੀ ਵੱਲੋਂ ਮਿਲੀ ਹੋਏ ਤਾਂ ਉਹਨਾਂ ਦੇ ਪੁੱਤ ਹਰੀ ਸਿੰਘ ਨਲੂਏ ਵਰਗੇ ਨਿਕਲਦੇ ਨੇ, ਜੋ ਡਟੇ ਹੋਏ ਨੇ, ਅਸੀਂ ਖੜੇ ਆ ਹਿੱਕਾਂ ਤੇ ਗੋਲੀਆਂ ਖਾਣ ਲਈ, ਪਰ ਇਤਿਹਾਸ ਸਿਰਜ ਕੇ ਜਾਵਾਂਗੇ। ਤੇ ਇਹ ਇਤਿਹਾਸ ਅੱਜ ਤੱਕ ਦੇ ਜਿੰਨੇ ਸੰਘਰਸ਼ ਹੋਏ ਨੇ ਸਭਨਾਂ ਤੋਂ ਪਾਰ ਲੰਘ ਗਿਆ, ਕਿਉਂਕਿ ਜਿੱਥੇ ਸਬਰ ਤੇ ਸੰਤੋਖ ਦੀ ਮੂਰਤ ਇਸ ਸਮੇਂ ਦਿਸ ਰਹੀ ਹੈ, ਦੁਨੀਆ ਸਾਹਮਣੇ ਇਹ ਮਿਸਾਲ ਕਦੇ ਆਈ ਨਹੀਂ। ਹਰ ਥਾਂ ਤੇ ਮਾਰ ਕੁਟਾਈ ਵੀ ਹੋਈ ਹੈ, ਜ਼ੁਲਮ ਵੀ ਹੋਇਆ, ਜਬਰ ਵੀ ਹੋਇਆ, ਪਰ ਇਸ ਥਾਂ ਤੇ ਤਾਂ ਕੁਝ ਵਾਖੀ ਵਾਪਰ ਗਿਆ। ਜਿਵੇਂ ਮੈਂ ਅੱਗੇ ਵੀ ਦੱਸਿਆ ਸੀ ਕਿ ਜੋ ਇੱਥੇ ਵਾਪਰਿਆ, ਉਹ ਚੱਕੀ ਦੇ ਪਾਟਾਂ ਥੱਲੇ ਪਿਸੀਆਂ ਹੋਈਆਂ ਬੀਬੀਆਂ, ਜਿਹੜਾ ਤੇਰਾ ਕੀਆ ਮਿੱਠਾ ਲਾਗੇ ਦੇ ਵਿੱਚੋਂ ਪੁੰਗਰੀਆਂ ਨੇ, ਉਹ ਅਣਖ ਅੱਜ ਬਾਮਿਸਾਲ ਬੇਮਿਸਾਲ ਇੱਥੇ ਦਿਸ ਰਹੀ ਹੈ, ਜਿਹਨੂੰ ਮੇਰਾ ਨਹੀਂ ਖਿਆਲ ਕਿਸੇ ਤਰੀਕੇ ਦਾ ਕੋਈ ਵੀ ਜਬਰ ਜਾਂ ਜ਼ੁਲਮ ਇਹਨਾਂ ਨੂੰ ਡੇਗ ਸਕਦਾ ਹੈ। ਇਹ ਹੋ ਹੀ ਨਹੀਂ ਸਕਦਾ। ਜਿਸ ਨੂੰ ਇਤਿਹਾਸ ਦਾ ਪਤਾ ਹੋਏਗਾ ਉਹ ਮਾਈ ਭਾਗੋ ਜਾਂ ਕਿਤੇ ਸਿਰਫ ਬੀਬੀ ਦੀਪ ਕੌਰ ਤੱਕ ਸੀਮਤ ਨਹੀਂ ਹੈ। ਮੈਂ ਦੱਸ ਰਹੀ ਹਾਂ, ਜੇ ਮੈਂ ਕਿਤੇ ਬਾਕੀ ਜੱਥਿਆਂ ਦੇ ਵਿੱਚ ਗਈਆਂ ਬੀਬੀਆਂ ਜਿਨ੍ਹਾਂ ਨੇ ਸਾਲ ਦੇ ਬੱਚੇ ਚੱਕੇ ਸਨ, ਜੈਤੋ ਦੇ ਮੋਰਚੇ ਵਿੱਚ ਗੋਲੀਆਂ ਖਾਧੀਆਂ ਸੀ, ਨਿਹੱਥੀਆਂ ਤੁਰੀਆਂ ਤੇ ਸਿਰਫ ਇਹੀ ਬੋਲਦੀਆਂ, ਤੇਰਾ ਕੀਆ ਮਿੱਠਾ ਲਾਗੇ, ਸਾਲ ਦਾ ਬੱਚਾ ਵੀ ਗੋਦ ਵਿੱਚ ਮਰਵਾਇਆ, ਆਪ ਵੀ ਗੋਲੀਆਂ ਖਾਧੀਆਂ ਛਾਤੀ ਤੇ, ਪਰ ਫਿਰ ਵੀ ਆਜ਼ਾਦ ਕਰਵਾ ਕੇ ਹਟੀਆਂ ਤੇ ਕਹਿ ਦਿੱਤਾ, ਅਸੀਂ ਰਸੋਈਆਂ ਵਿੱਚ ਕੱਲੀਆਂ ਨਹੀਂ ਤੜੀਆਂ, ਅਸੀਂ ਤਲਵਾਰ ਵੀ ਚੁੱਕਣਾ ਜਾਣਦੀਆਂ, ਘੁੜਸਵਾਰੀ ਵੀ ਜਾਣਦੀਆਂ,
ਨੇਜ਼ੇ ਵੀ ਚਲਾਉਣਾ ਜਾਣਦੀਆਂ ਤੇ ਅਸੀਂ ਪਹਾੜੀ ਰਾਜਿਆਂ ਦੇ ਸਾਹਮਣੇ ਜਿੱਤ ਵੀ ਸਕੀਆਂ ਸਾਂ ਤੇ ਅੱਜ ਵੀ ਓਨੀ ਤਾਕਤ ਬਰਕਰਾਰ ਏ। ਸਾਡੀ 100 ਵਰਿਆਂ ਦੀ ਮਾਂ ਜੋ ਸਿਰਫ ਕੁੱਬੀ ਪਿੱਠ ਦੇ ਨਾਲ ਵੀ ਖੜੀ ਸਾਡੀ ਹਿੰਮਤ ਬਣੀ, ਸਾਡੀ ਇੱਕ ਐਗਜ਼ਾਮਪਲ ਬਣੀ, ਦੁਨੀਆ ਦੇ ਸਾਹਮਣੇ ਖੜੀ ਏ। ਇਸ ਤੋਂ ਵੱਧ ਕੁਝ ਵੀ ਹੋਰ ਕਹਿਣ ਨੂੰ ਰਹਿ ਨਹੀਂ ਜਾਂਦਾ। ਮੈਂ ਉਡੀਕਦੀ ਹਾਂ ਤੁਹਾਡੇ ਸਵਾਲਾਂ ਨੂੰ, ਕਿਉਂਕਿ ਜੇ ਮੈਂ ਸਾਰੀਆਂ ਬੀਬੀਆਂ ਦਾ ਜ਼ਿਕਰ ਕਰਨ ਲੱਗ ਗਈ ਤਾਂ ਸ਼ਾਇਦ ਨਾਮੁਮਕਿਨ ਹੋ ਜਾਣੀ ਹੈ, ਟਾਕ ਖਤਮ ਹੀ ਹੋ ਜਾਣਾ ਸਮਾਂ। ਪਰ ਮੈਂ ਚਾਹੁੰਦੀ ਹਾਂ ਜੇ ਤੁਹਾਡੇ ਸਵਾਲ, ਕਿਉਂਕਿ ਤੁਸੀਂ ਕਾਫੀ ਲਿਖੇ ਹੋਏ ਨੇ, ਕੁਝ ਪੁੱਛਣਾ ਚਾਹੋ ਤਾਂ ਮੈਂ ਜ਼ਰੂਰ ਉਹ ਤੁਹਾਡੇ ਜਵਾਬ ਦੇਣਾ ਚਾਹਾਂਗੀ। ਪਰ ਇੱਕ ਗੱਲ ਮੈਂ ਪਹਿਲਾਂ ਹੀ ਦੱਸ ਦਿਆਂ ਕਿ ਜਿੱਤ ਯਕੀਨੀ ਹੈ, ਕਿਉਂਕਿ ਅੱਜ ਉੱਥੇ ਇੱਕ ਹਿੰਦੂ ਔਰਤ ਵੀ, ਸਾਡੀ ਸਿਰਫ ਹਿੰਦੂ ਮਤ ਨੂੰ ਮੰਨਣ ਵਾਲੀ ਹੈ ਪਰ ਸਾਡੀ ਭੈਣ ਹੈ। ਸਾਡੀ ਅੱਜ ਉੱਥੇ ਮੁਸਲਮਾਨ ਵੀ ਭੈਣ ਖੜੀ ਏ, ਕਿਉਂਕਿ ਉਹਦੀ ਮਤ ਭਾਵੇਂ ਵੱਖਰੀ ਹੋਵੇ ਪਰ ਸੋਚ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਵਾਸਤੇ ਉਹ ਤਿਆਰ ਖੜੀ ਏ। ਤੇ ਜਿਸ ਤਰੀਕੇ ਬਾਹਾਂ ਨਾਲ ਬਾਹਾਂ ਜੋੜ ਕੇ ਅੱਜ ਹਿੰਦੂ, ਸਿੱਖ, ਮੁਸਲਮਾਨ, ਈਸਾਈ ਔਰਤਾਂ ਖੜੀਆਂ ਨੇ, ਉਹਨਾਂ ਦੇ ਪੁੱਤਰ ਕਿਵੇਂ ਵੱਖ ਹੋ ਸਕਦੇ ਸਨ? ਉਹੀ ਪਿਆਰ ਦੀ ਭਾਵਨਾ ਚੁਫੇਰੇ ਦਿਖ ਰਹੀ ਏ। ਸੋ ਉਹੀ ਪਿਓ, ਉਹੀ ਪੁੱਤਰ, ਉਹੀ ਪਤੀ, ਭਰਾ ਅੱਜ ਸਾਰੇ ਖੜੇ ਨੇ, ਜਿਨ੍ਹਾਂ ਦੇ ਸਿਰਾਂ ਤੇ ਅਸੀਸ ਉਹਨਾਂ ਦੀ ਮਾਂ ਦੀ ਏ ਤੇ ਜਿਹੜੀ ਕਹਿੰਦੀ ਏ, ਹੇ ਵਾਹਿਗੁਰੂ ਤੇਰੇ ਲਈ ਇਹ ਨਹੀਂ, ਹਜ਼ਾਰਾਂ ਪੁੱਤਰ ਵੀ ਮੈਂ ਵਾਰ ਦਿਆਂਗੀ, ਫਿਰ ਵੀ ਅਸੀਂ ਜਿੱਤ ਹੀ ਹਾਸਲ ਕਰਨੀ ਹੈ। ਇਹੋ ਜਿਹੇ ਸੰਘਰਸ਼ ਦੇ ਅੱਗੇ ਕੋਈ ਕਿਵੇਂ, ਦੱਸੋ ਮੈਨੂੰ, ਜਿੱਤ ਨਹੀਂ ਹਾਸਲ ਕਰੇਗਾ? ਜਿੱਤ ਹੋ ਚੁੱਕੀ, ਕਿਉਂਕਿ ਇਹ ਸਾਰੇ ਇਕੱਠੇ ਹੋ ਚੁੱਕੇ ਨੇ ਤੇ ਮਾਵਾਂ ਦੀਆਂ ਅਸੀਸਾਂ ਉਸ ਥਾਂ ਤੇ ਮੌਜੂਦ ਨੇ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਕਿ ਤੁਸੀਂ ਕੁੱਜੇ 'ਚ ਸਮੁੰਦਰ ਬੰਦ ਕਰਨ ਵਾਲੀ ਗੱਲ ਕੀਤੀ। ਆਈ ਥਿੰਕ ਕਿ ਇਤਿਹਾਸਿਕ ਹਵਾਲੇ ਵੀ ਤੇ ਬਹੁਤ ਸਾਰੀਆਂ ਤੁਸੀਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ। ਤੇ ਇੱਥੇ ਮੈਡਮ ਸਾਡੇ ਕੋਲ ਇੱਕ ਸਵਾਲ ਹੈ, ਜੇ ਤੁਹਾਡੀ ਇਜਾਜ਼ਤ ਹੋਵੇ ਤੇ ਮੈਂ ਸਵਾਲ ਪੜ੍ਹ ਸਕਦਾ? ਜ਼ਰੂਰ, ਮੈਂ ਸਵਾਲ ਹੀ ਪੁੱਛਣਾ ਸੁਣਨਾ ਚਾਹੁੰਦੀ ਸਾਂ। ਹਾਂਜੀ, ਇੱਕ ਜਿੱਦਾਂ ਤੁਸੀਂ ਗੱਲ ਕੀਤੀ ਦਰਜੇ ਦੀ, ਕਿ ਔਰਤ ਨੂੰ ਕਿਤੇ ਨਾ ਕਿਤੇ ਦੂਜੇ ਦਰਜੇ ਤੇ ਸਮਝਿਆ ਜਾਂਦਾ, ਤੇ ਡਾਕਟਰ ਚਰਨਜੀਤ ਕੌਰ ਮਾਨ ਜੀ ਪੁੱਛ ਰਹੇ ਨੇ ਕਿ ਇਹ ਜਿਹੜਾ ਹੁਣ ਸੰਘਰਸ਼ ਹੈ ਉਹਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਵੀ ਕਾਫੀ ਹੈ, ਤੇ ਕੀ ਹੁਣ ਉਹ ਜਿਹੜਾ ਦਰਜਾ ਕਿਤੇ ਨਾ ਕਿਤੇ ਉੱਪਰ ਉੱਠੇਗਾ? ਕੀ ਫਰਕ ਪੈ ਸਕਦਾ ਇਸ ਸਾਰੇ ਅੰਦੋਲਨ ਨਾਲ, ਸੰਘਰਸ਼ ਦੇ ਕਰਕੇ? ਜੀ ਬਿਲਕੁਲ, ਦੇਖੋ ਔਰਤ ਨੂੰ, ਜਿਵੇਂ ਮੈਂ ਪਹਿਲਾਂ ਦੀ ਗੱਲ ਕੀਤੀ ਸੀ, ਪੁਰਾਣੇ ਸਮਿਆਂ 'ਚ ਚੁੜੇਲਾਂ ਕਹਿ ਕੇ ਵੀ ਸਾੜੀਆਂ ਗਈਆਂ, ਸਤੀ ਵੀ ਹੋਈਆਂ, ਸਿਰੋਂ ਚੁੰਨੀ ਤਿਲਕ ਜਾਣ ਤੇ ਵੀ ਪੱਥਰ ਮਾਰ ਮਾਰ ਕੇ ਮਾਰਨ ਦੀ ਗੱਲ ਵੀ ਹੋਈ, ਦੇਵਦਾਸੀਆਂ ਵੀ ਬਣਾ ਕੇ ਨਰਕ ਭੋਗਣ ਤੇ ਮਜਬੂਰ ਕੀਤਾ। ਫਿਰ ਔਰਤ ਉੱਥੋਂ ਨਿਤਰੀ, ਬਾਹਰ ਨਿਕਲੀ, ਤੇ ਜਿੱਥੇ ਕਿਤੇ ਔਰਤਾਂ ਦਾ ਸੰਘਰਸ਼ ਤਾਂ ਭਾਵੇਂ ਬਹੁਤਾ ਜ਼ਿਕਰ ਵਿੱਚ ਨਹੀਂ ਮਿਲਦਾ, ਪਰ ਬਾਕਮਾਲ ਗੱਲ ਇਹ ਹੈ ਕਿ ਉਹਦੇ ਨਾਲ ਜੁੜੇ ਸਾਰੇ ਮਰਦਾਂ ਨੇ, ਭਾਵੇਂ ਉਹ ਪਿਓ ਸਨ, ਭਰਾ ਸਨ, ਪੁੱਤਰ ਸਨ, ਉਹਨਾਂ ਨੇ ਔਰਤ ਦੇ ਹੱਕ ਵਿੱਚ ਆਵਾਜ਼ ਚੁੱਕੀ ਸੀ। ਸੋ ਉਹ ਤਬਦੀਲੀ ਕਿਵੇਂ ਆਈ, ਸਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਪਹਾੜੀ ਰਾਜਿਆਂ ਵਿਰੁੱਧ ਜੰਗਾਂ ਵੀ ਜਿੱਤੀਆਂ, ਤੇ ਜੋ ਮੈਂ ਜ਼ਿਕਰ ਕੀਤਾ ਬਹੁਤ ਸਾਰੇ ਸੰਘਰਸ਼ਾਂ ਵਿੱਚ ਵੀ ਜਿੱਤਾਂ ਹਾਸਲ ਕੀਤੀਆਂ। ਉਸ ਤੋਂ ਬਾਅਦ ਫਿਰ ਕਿਤੇ ਮੋੜਾ ਪੈ ਗਿਆ ਸੀ ਕਿ ਔਰਤ ਫਿਰ ਅੰਦਰ ਦਫਨ ਹੋ ਗਈ ਹੈ ਰਸੋਈਆਂ ਦੇ ਵਿੱਚ, ਜਾਂ ਫਿਰ ਬਲਾਤਕਾਰ ਦੇ ਕੇਸ ਵੱਧਦੇ ਤੁਰੇ ਜਾ ਰਹੇ ਸਨ। ਧਿਆਨ ਕਰਿਓ ਕੀ ਤਬਦੀਲੀ ਆਈ ਇਸ ਸਮੇਂ ਦੇ ਵਿੱਚ ਕਿ ਬਲਾਤਕਾਰਾਂ ਦੀ ਗਿਣਤੀ ਬਹੁਤ ਜ਼ਿਆਦਾ 0.1% ਸਿਰਫ ਰਹਿ ਚੁੱਕੀ, ਤੇ ਜਿੱਥੇ ਸਾਡੇ ਉਹ ਮਾੜੀ ਸੋਚ ਵਾਲੇ ਨੌਜਵਾਨ, ਜਿੱਥੇ ਇਸ ਵੇਲੇ ਸਾਰੇ, ਯਾਨੀ ਉਹ ਵੀ ਬੱਚੇ ਜਿਹੜੇ ਨਸ਼ਿਆਂ ਵੱਲ ਤੁਰ ਗਏ ਸਨ, ਛੱਡ ਕੇ ਇੱਕ ਸੰਘਰਸ਼ ਦੇ ਰਾਹ ਕਿਉਂਕਿ ਪੈ ਗਏ, ਸਾਡੇ ਗੀਤ ਸੰਗੀਤ ਜੋ ਔਰਤ ਦੇ ਜਿਸਮ ਤੱਕ ਸੀਮਤ ਹੁੰਦੇ ਜਾ ਰਹੇ ਸਨ, ਉਹਨਾਂ ਵਿੱਚ ਤਬਦੀਲੀ ਆ ਕੇ ਜਿਸ ਤਰੀਕੇ ਦੇ ਸਾਡੇ ਸਾਹਮਣੇ ਇਸ ਵੇਲੇ ਸੰਘਰਸ਼ੀ ਗੀਤ ਵੀ ਸ਼ੁਰੂ ਹੋਏ ਨੇ, ਯਾਨੀ ਇਹ ਸਾਰੀ ਤਬਦੀਲੀ ਇੱਕ ਪੋਜ਼ਿਟਿਵ ਐਟੀਟਿਊਡ ਵਾਲੇ, ਜਿੱਥੇ ਔਰਤ ਨੂੰ ਹੁਣ ਆਖਰੀ ਜੋ ਬਰਾਬਰੀ ਦਾ ਦਰਜਾ ਮਿਲਿਆ ਕਿ ਅਸੀਂ ਵਾਪਸ, ਤੁਸੀਂ ਕੀ ਜਾਣਦੀਆਂ ਗੱਲਾਂ ਕਰਦੇ ਹੋ ਜੀ, ਅਸੀਂ ਤਾਂ ਘਰਾਂ ਚੋਂ ਨਿਕਲ ਕੇ ਸੜਕਾਂ ਤੇ ਬੈਠੀਆਂ, ਜਿੰਨਾ ਮਰਜ਼ੀ ਔਖਾ ਸਮਾਂ ਤੁਸੀਂ, ਅਸੀਂ ਤਾਂ ਬਹੁਤ ਔਖੇ ਸਮੇਂ ਦੇਖੇ ਨੇ, ਆ ਵੀ ਦਿਖਾ ਦਿਆਂਗੇ। ਸੋ ਇਹ ਯਕੀਨਨ ਇੱਕ ਬਹੁਤ ਪੋਜ਼ਿਟਿਵ ਮੂਵ ਸ਼ੁਰੂ ਹੋਈ ਹੈ। ਸੱਚ ਕਹਿੰਨੀ ਆ, ਦਿਲੋਂ ਧੰਨਵਾਦ ਕਰਦੀ ਆ, ਭਾਵੇਂ ਤੁਸੀਂ 100 ਲਾਹਨਤਾਂ ਪਾਇਓ ਭਾਈ ਮੋਦੀ ਸਾਹਿਬ, ਧੰਨਵਾਦ, ਤੁਸੀਂ ਸਾਡੇ ਸੁੱਤੇ ਹੋਏ ਅਣਖ ਜਗਾ ਦਿੱਤੀ, ਸਾਡੇ ਸੁੱਤੇ ਸ਼ੇਰ ਜਗਾ ਦਿੱਤੇ, ਸਾਡੀਆਂ ਸ਼ੇਰਨੀਆਂ ਵਾਪਸ ਖੜੀਆਂ ਕਰ ਦਿੱਤੀਆਂ, ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਡਾਕਟਰ ਸਾਹਿਬ ਇੱਕ ਹੋਰ ਸਵਾਲ ਮਨ 'ਚ ਆ ਰਿਹਾ ਕਿ ਜਿਵੇਂ ਅਸੀਂ ਵੇਖਦੇ ਹਾਂ ਕਿ ਹਾਲੀਵੁੱਡ ਤੋਂ, ਬਾਲੀਵੁੱਡ ਤੋਂ ਕੁਝ ਕੁ ਔਰਤਾਂ ਹੀ ਨੇ
ਕੁਝ ਜੋ ਕਹਿ ਸਕਦੇ ਆ ਭਟਕ ਚੁੱਕੀਆਂ ਨੇ, ਭੁੱਲ ਚੁੱਕੀਆਂ ਨੇ, ਤੇ ਉਹਨਾਂ ਵੱਲੋਂ ਬੜੇ ਅਜੀਬ ਤਰੀਕੇ ਦੇ ਸਵਾਲ ਉਠਾਏ ਜਾ ਰਹੇ ਨੇ। ਕਿਸੇ ਨੂੰ ਦੱਸਿਆ ਜਾ ਰਿਹਾ ਕਿ ਇਹ ਤਾਂ 100-100 ਰੁਪਏ ਦੀ ਦਿਹਾੜੀ ਤੇ ਆ ਗਈਆਂ ਨੇ। ਸੋ ਇਸ ਤਰ੍ਹਾਂ ਦੀ ਜਿਹੜੀ ਮਾਨਸਿਕਤਾ, ਉਹਦੇ ਵਾਸਤੇ ਕੀ ਸਾਡਾ ਜਵਾਬ ਹੋਣਾ ਚਾਹੀਦਾ ਹੈ? ਜੀ ਦੇਖੋ, ਪਹਿਲੀ ਚੀਜ਼, ਜਦੋਂ ਕੋਈ 2 ਕਦਮ ਕਿਸੇ ਤੋਂ ਅਗਾਂਹ ਲੰਘ ਜਾਏ ਨਾ, ਸਾੜਾ ਤਾਂ ਹੀ ਹੁੰਦਾ। ਸਾਡੇ ਕੋਲੋਂ 10 ਰਿਕਸ਼ੇ ਵਾਲੇ ਲੰਘ ਜਾਣ ਨਾ, ਤੇ ਅਸੀਂ ਖਿਆਲ ਨਹੀਂ ਕਰਦੇ ਕੌਣ ਲੰਘਿਆ, ਕਿੱਥੋਂ ਦਾ ਲੰਘਿਆ, ਸਾਨੂੰ ਕੋਈ ਫਰਕ ਹੀ ਨਹੀਂ ਪੈਂਦਾ। ਪਰ ਜਦੋਂ ਸਾਨੂੰ ਲੱਗਦਾ ਹੈ ਸਾਡੇ ਬਰਾਬਰ ਸੀ ਤੇ ਫਿਰ ਸਾਡੇ ਤੋਂ ਅਗਾਂਹ ਲੰਘ ਗਿਆ, ਤਾਂ ਸਾਡੇ ਮਨ ਅੰਦਰ ਸਾੜਾ ਪੈਦਾ ਹੋਣਾ ਨਾਰਮਲ ਹੈ। ਅਸੀਂ ਫਿਰ ਕੋਸ਼ਿਸ਼ ਕੀ ਕਰਦੇ ਹਾਂ, ਜਿੰਨੀ ਕੁ ਸਾਡੀ ਸੋਚ ਹੈ ਉਸ ਮੁਤਾਬਕ ਆਪਣੀ ਲਕੀਰ ਲੰਬੀ ਕਰਨ ਨਾਲੋਂ ਦੂਜੇ ਦੀ ਕੱਟਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਸਾਡੇ ਬਤੌਰ, ਕਿਉਂਕਿ ਮੈਂ ਇੱਕ ਡਾਕਟਰ ਹਾਂ, ਇਸ ਲਈ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਕੋਲ 2 ਤਰ੍ਹਾਂ ਦੀ ਸ਼ਖਸੀਅਤਾਂ ਨੇ ਜਿਨ੍ਹਾਂ ਬਾਰੇ ਅਸੀਂ ਜ਼ਿਕਰ ਕਰਦੇ ਹਾਂ। ਪਹਿਲੀ ਹੁੰਦੀ ਜੇ ਕੂੜੇ ਦੇ ਭਰੇ ਟਰੱਕ ਵਾਲੀ। ਮੈਂ ਆਪ ਨਹੀਂ ਬਣਾਈ, ਇਹ ਬਕਾਇਦਾ ਕਿਤਾਬਾਂ 'ਚ ਲਿਖਿਆ ਹੋਇਆ ਕਿ ਕੂੜੇ ਦੇ ਭਰੇ ਹੋਏ ਟਰੱਕ ਦੀ ਸ਼ਖਸੀਅਤ ਅਜਿਹੀ ਹੁੰਦੀ ਹੈ ਜਿਹਦੇ ਕੋਲ ਬੈਠ ਕੇ ਤੁਹਾਨੂੰ ਕਿੰਨੀ ਕੁ ਦੇਰ, ਯਾਨੀ ਅੰਦਾਜ਼ਾ ਲਾਓ ਤੁਹਾਡੇ ਸਾਹਮਣੇ ਕੂੜੇ ਦਾ ਭਰਿਆ ਟਰੱਕ ਹੈ, ਕਿੰਨੀ ਦੇਰ ਬਰਦਾਸ਼ਤ ਕਰ ਸਕਦੇ ਹੋ। ਤੇ ਜੇ ਨਹੀਂ, ਥੋੜੀ ਦੇਰ ਬਾਅਦ ਰੁਮਾਲ ਰੱਖਣ ਦੀ ਲੋੜ ਪੈਂਦੀ ਹੈ, ਤੇ ਇੱਕ ਸ਼ਖਸੀਅਤ ਉਹ ਹੈ, ਯਾਨੀ ਉਹਦੇ ਕੋਲ ਜੋ ਕੁਝ ਹੈ ਉਹਨੇ ਉਹੀ ਕੱਢਣਾ ਹੈ ਸਮਾਜ ਦੇ ਵਿੱਚ। ਤੇ ਦੂਜੇ ਪਾਸੇ ਗੁਲਾਬਾਂ ਦੀ ਪੰਡ ਪਈ ਹੋਏ, ਕਿਹਦੇ ਕੋਲ ਜ਼ਿਆਦਾ ਦੇਰ ਖੜੇ ਹੋਣ ਨੂੰ ਤਰਜੀਹ ਦਿਓਗੇ। ਪਰ ਕਮਾਲ ਇੱਥੇ ਦਿਲਾਓ ਕਿ ਅਸੀਂ ਫੁੱਲਾਂ ਦੇ ਕੋਲ ਖੜੇ ਹੋਏ ਜ਼ਿਆਦਾ ਪਸੰਦ ਕਰਦੇ ਹਾਂ, ਤੇ ਜਿਹੜਾ ਗੰਦਗੀ ਸੁੱਟ ਰਿਹਾ, ਜਿਹੜੀ ਸ਼ਖਸੀਅਤ ਹੈ, ਉਹਦੇ ਵਿੱਚ ਜੇ ਪੈਰ ਮਾਰਾਂਗੇ ਤਾਂ ਗੰਦਗੀ ਸਾਡੇ ਤੇ ਪੈਣੀ ਹੈ, ਜਾਂ ਜ਼ਿਆਦਾ ਦੇਰ ਉਹਦੇ ਕੋਲ ਖੜੇ ਹੋਵਾਂਗੇ ਤਾਂ ਫਿਰ ਅਸੀਂ ਉਸ ਬਦਬੂ ਨੂੰ ਸਹਾਰਨਾ ਪੈਂਦਾ। ਉਹਨੂੰ ਛੱਡ ਦਿਓ, ਕੂੜੇ ਵਾਲੇ ਭਰੇ ਟਰੱਕ ਕੋਲ ਹੈ ਹੀ ਕੂੜਾ, ਤੇਜ਼ੀ ਨਾਲ ਲੰਘੇਗਾ, ਕੂੜਾ ਹੀ ਖਿਲਾਰਦਾ ਜਾਏਗਾ। ਅਸੀਂ ਗੱਲ ਕਰੀਏ ਉਹਨਾਂ ਫੁੱਲਾਂ ਦੀ, ਕਿਉਂਕਿ ਅਸੀਂ ਤਾਂ ਪਹਿਲਾਂ ਹੀ ਜਿੱਤ ਚੁੱਕੇ, ਅਗਾਂਹ ਆਏ ਆ, ਤੇ ਅਗਲੇ ਨੂੰ ਮਜਬੂਰ ਹੋ ਕੇ ਬੋਲਣਾ ਪਿਆ। ਜੇ ਅੱਗੇ ਨਾ ਹੁੰਦੇ ਉਹਨੂੰ ਲੋੜ ਹੀ ਨਹੀਂ ਸੀ ਬੋਲਣ ਦੀ। ਸੋ ਕਹਿੰਦੇ ਆ, ਸ਼ਾਬਾਸ਼, ਤੂੰ ਸਾਨੂੰ ਅਹਿਸਾਸ ਕਰਾ ਦਿੱਤਾ, ਤੇਰੇ ਤੋਂ 100 ਸਟੈਪਸ ਅੱਗੇ ਲੰਘ ਚੁੱਕੇ ਆ ਅਸੀਂ ਆਲਰੇਡੀ। ਤੇ ਫਿਰ ਜਿੱਤ ਸਾਡੇ ਸਾਹਮਣੇ ਹੈ। ਸਮਾਜ ਨੱਕ ਰੱਖ ਕੇ ਹੀ ਲੰਘੇਗਾ ਉਸ ਤੋਂ ਪਰਾਂ, ਪਰ ਸਾਨੂੰ ਉਹਨੂੰ ਕੁਝ ਮਾੜਾ ਹੋਰ ਕਹਿਣ ਦੀ ਲੋੜ ਹੀ ਨਹੀਂ। ਉਹ ਆਪਣੇ ਆਪ ਹੀ ਆਪਣੀ ਬਦਬੂ ਦੇ ਵਿੱਚ ਅਜਿਹੀਆਂ ਸ਼ਖਸੀਅਤਾਂ ਗਰਕ ਜਾਂਦੀਆਂ। ਜੀ ਡਾਕਟਰ ਸਾਹਿਬ, ਅਸੀਂ ਜਦੋਂ ਆਪਣੇ ਸਾਡੇ ਵੈਬੀਨਾਰ ਦਾ ਜਦੋਂ ਵੀ ਆਖਰੀ ਪਲ ਆਉਂਦਾ, ਤੇ ਅਸੀਂ ਇੱਕ ਸਵਾਲ ਜ਼ਰੂਰ ਕਰਦੇ ਹਾਂ ਕਿ ਅਸੀਂ ਕੀ ਕਰੀਏ। ਜਿੱਥੇ ਅਸੀਂ ਅੱਜ ਇੱਥੇ ਵੈਬੀਨਾਰ ਦੇ ਵਿੱਚ ਜੁੜੇ ਹਾਂ, ਸੋ ਕਦੀ ਅਸੀਂ ਇਹ ਨਹੀਂ ਪੁੱਛਿਆ ਕਿ ਆਪਣੀਆਂ ਬੀਬੀਆਂ ਭੈਣਾਂ ਦੇ ਵੱਲੋਂ ਕਿ ਉਹ ਕਿਵੇਂ ਹੋਰ ਯੋਗਦਾਨ ਪਾਉਣ। ਅਸੀਂ ਇਹ ਸੋਚਦੇ ਹਾਂ ਕਿ ਅਸੀਂ ਲਿਖੀਏ ਜਾਂ ਕਰੀਏ, ਜੇ ਬੀਬੀਆਂ ਭੈਣਾਂ ਕਿੰਨਾ ਯੋਗਦਾਨ ਹੋਰ ਪਾ ਸਕਦੀਆਂ, ਜਿਹੜੀਆਂ ਬੜੀਆਂ ਸਤਰਕ ਨੇ, ਸੁਚੇਤ ਨੇ, ਚੇਤਨਤਾ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੈ, ਤੇ ਹੁਣ ਵੀ ਸਾਡੇ ਨਾਲ ਉਹਨਾਂ ਵਿੱਚੋਂ ਬਹੁਤ ਸਾਰੇ ਜੁੜੇ ਹੋਏ ਨੇ। ਜੀ ਬਿਲਕੁਲ, ਮੈਂ ਸ਼ਾਇਦ ਜੇ ਤੁਸੀਂ ਨਾ ਵੀ ਪੁੱਛਦੇ ਤਾਂ ਮੈਂ ਸਵਾਲ ਇਸ ਦਾ ਜਵਾਬ ਫੇਰ ਵੀ ਦੇ ਕੇ ਹੀ ਜਾਣਾ ਸੀ ਕਿ ਸਾਡੀਆਂ ਮਾਵਾਂ ਲਈ ਬਹੁਤ ਸੋਹਣਾ ਮੌਕਾ ਇਸ ਵੇਲੇ ਸਾਡੇ ਸਾਹਮਣੇ ਆ ਚੁੱਕਾ ਹੈ। 2-3 ਚੀਜ਼ਾਂ ਮਾਵਾਂ ਦੇ ਕਰਨ ਦੀ ਲੋੜ ਹੈ। ਮਾਂ ਗੁਜਰੀ ਦਾ ਐਗਜ਼ਾਮਪਲ ਮੈਂ ਇਸੇ ਲਈ ਦਿੱਤਾ ਸੀ, ਮੈਂ ਥੋੜੀ ਇੱਕ ਬੇਸ ਬਣਾ ਰਹੀ ਸਾਂ ਉਸ ਥਾਂ ਤੇ ਆਉਣ ਲਈ, ਕਿ ਅਸੀਂ ਜੋ ਮਾਵਾਂ ਨੇ ਰੋਲ ਅਦਾ ਕਰਨਾ, ਉਸ ਤੋਂ ਵੱਡਾ ਰੋਲ ਕੋਈ ਅਦਾ ਕਰ ਹੀ ਨਹੀਂ ਸਕਦਾ। ਕੁਦਰਤ ਨੇ ਤਾਂ ਇਹ ਚੀਜ਼ ਦੇਖੋ, ਮਾਂ ਦੇ ਢਿੱਡ ਅੰਦਰ ਤੋਂ ਸਿੱਖਿਆ ਲੈਂਦਾ ਬੱਚਾ ਬਾਹਰ ਆਉਂਦਾ, ਤੇ ਉਹਦਾ ਪਹਿਲਾ ਗੁਰੂ ਵੀ ਮਾਂ ਹੀ ਹੁੰਦੀ ਹੈ, ਤੇ ਦੂਜੇ ਲੈਵਲ ਤੇ ਫਿਰ ਪਿਤਾ ਆਉਂਦਾ ਜੇ। ਪਰ ਅਸੀਂ ਵੇਖਦੇ ਹਾਂ ਅੱਜ ਕੱਲ੍ਹ ਕਿ ਬਹੁਤ ਸਾਰੇ ਵੱਡੀ ਗਿਣਤੀ ਟੱਬਰ ਵਿੱਚ ਪਿਤਾ ਬਾਹਰ ਕੰਮ ਤੇ ਜੇ ਜਾਂਦਾ ਹੈ, ਜ਼ਿਆਦਾ ਸਮਾਂ ਬਾਹਰ ਦਾ ਉਹਨੂੰ ਲੱਗ ਜਾਂਦਾ, ਤੇ ਜ਼ਿਆਦਾ ਸਮਾਂ ਫਿਰ ਇਹਦਾ ਮਤਲਬ ਹੈ ਮਾਂ ਹੀ ਬੱਚੇ ਕੋਲ ਹੁੰਦੀ ਹੈ। ਸੋ 2 ਚੀਜ਼ਾਂ, ਪਹਿਲੀ ਗੱਲ, ਆਪਣੇ ਇਤਿਹਾਸ ਤੋਂ ਜਾਣੂ ਕਰਾਉਣਾ ਮਾਂ ਦਾ ਜ਼ਰੂਰ ਉਸਨੂੰ ਇਹ ਕਰਨਾ ਹੀ ਪੈਣਾ, ਤਾਂ ਕਿ ਆਪਣੇ ਬੱਚੇ ਅੰਦਰ ਅਣਖ ਭਰ ਸਕੇ, ਉਹਨੂੰ ਹੱਕ ਮੰਗਣ ਦੀ ਜਾਚ ਆਵੇ, ਉਹਨੂੰ ਜੀਣ ਮਰਨ ਦਾ ਢੰਗ ਸਿਖਾਵੇ ਕਿ ਕੀ ਹੁੰਦਾ ਹੈ, ਤਾਂ ਕਿ ਉਹ ਕਦੇ ਵੀ ਨਸ਼ਿਆਂ ਵੱਲ ਜਾਂ ਗਲਤ ਰਸਤੇ ਨਾ ਤੁਰੇ। ਦੂਸਰੀ ਚੀਜ਼, ਆਪਣੇ ਘਰ ਵਿੱਚ ਆਪਣੇ ਪੁੱਤਰ ਨੂੰ ਉਹਦੀ ਆਪਣੀ ਭੈਣ ਦੀ ਇੱਜ਼ਤ ਕਰਨੀ ਸਿਖਾਵੇ। ਦਾ ਮਤਲਬ ਹੈ ਕਿ ਉਹ ਬਾਹਰ ਸਮਾਜ ਵਿੱਚ ਜਦੋਂ ਨਿਕਲੇਗਾ, ਐਸਾ ਖੂਬਸੂਰਤ ਇੱਕ ਸ਼ੀਸ਼ਾ ਬਣ ਕੇ ਨਿਕਲੇਗਾ ਕਿ ਲੋਕ ਉਹਨੂੰ ਵੇਖ ਕੇ ਸਲਾਮ ਕਰਨਗੇ। ਮਾਵਾਂ ਦੇ ਹੱਥੇ ਉਹਨੇ ਕਿਸ ਤਰੀਕੇ ਦੇ ਪੁੱਤਰ ਬਣਾਉਣੇ ਨੇ। ਜੇ ਮਾਂ ਗੁਜਰੀ ਇਹੋ ਜਿਹਾ ਸਿਰਜ ਸਕੀ ਸੀ ਜਿਨ੍ਹਾਂ ਨੇ 40 ਵਰਿਆਂ ਵਿੱਚ ਇਤਿਹਾਸ ਸਿਰਜ ਦਿੱਤਾ, ਤਾਂ ਕਿਉਂ ਸਾਡੀਆਂ ਅੱਜ ਦੀਆਂ ਮਾਵਾਂ ਨਹੀਂ ਕਰ ਸਕਦੀਆਂ? ਸਭ ਕੁਝ ਕਰ ਸਕਦੀਆਂ ਨੇ। ਜੇ ਹਰੀ ਸਿੰਘ ਨਲੂਆ ਨਿਕਲ ਸਕਦਾ ਸੀ ਮਾਂ ਦੇ ਹੱਥੋਂ ਪਲ ਕੇ, ਜੋ ਉਹ ਬਣਿਆ ਸਭ ਜਾਣਦੇ ਨੇ। ਮਾਂ ਇੰਨਾ ਹੀ ਕਹਿੰਦੀ ਸੀ, ਉਹ ਸਾਟੀ ਵੱਜੀ ਏ, ਲਹੂ ਹੀ ਨਿਕਲਿਆ, ਕੀ ਹੋ ਗਿਆ? ਤੇ ਸਾਡੀਆਂ ਮਾਵਾਂ ਜਰਾ ਇਹ ਡਰਾਉਣਾ ਛੱਡਣ, ਬੱਚੇ ਨੂੰ ਡਿੱਗੇ ਤੇ ਝੱਟ ਚੁੱਕ ਕੇ ਚੁੱਪ ਨਾ ਕਰਾਇਆ ਕਰਨ, ਸਖਤ ਜਾਨ ਬਣਨ ਦਿਓ। ਵੇਖੋ ਫਿਰ ਕੀ ਚੀਜ਼ ਨਿੱਤਰਦੀ ਹੈ। ਥੋੜਾ ਜਿਹਾ ਦਿਲ ਤੁਸੀਂ ਵੀ ਕਰੜਾ ਰੱਖੋ ਤੇ ਕਹੋ ਵੀ ਹਾਂ ਬੱਚਿਆ,
ਇਹ ਮੌਤ ਤਾਂ ਹੈ ਹੀ ਯਕੀਨੀ, ਪਰ ਜ਼ਿੰਦਗੀ ਤੋਂ ਜਿਹੜਾ ਮਰਨ ਤੱਕ ਦਾ ਸਫ਼ਰ ਅਸੀਂ ਇੱਕ ਮਿਸਾਲੀ ਬਣਾ ਦਈਏ। ਸੋ ਉਹਨੂੰ ਤਗੜਾ ਕਰਨ ਵਿੱਚ ਜੋ ਮਾਂ ਦਾ ਰੋਲ ਹੈ ਉਹ ਬਿਲਕੁਲ ਵੀ ਭੁਲਾਇਆ ਨਹੀਂ ਜਾ ਸਕਦਾ। ਜਿਸ ਦਿਨ ਹਰ ਮਾਂ ਤਗੜੀ ਹੋ ਗਈ, ਇੱਕ ਵੀ ਉਹਦਾ ਪੁੱਤਰ ਕਿਸੇ ਹੋਰ ਔਰਤ ਦਾ ਬਲਾਤਕਾਰ ਕਰਨ ਲਈ ਨਿਕਲ ਹੀ ਨਹੀਂ ਸਕਦਾ। ਮੈਂ ਮਾਫ ਕਰਿਓ, ਬਹੁਤ ਵੱਡਾ ਰੋਲ ਮਾਵਾਂ ਦਾ ਹੀ ਗਿਣਦੀ ਆ ਕਿ ਜੇ ਉਹ ਆਪਣੇ ਪੁੱਤਰਾਂ ਤੇ ਰੋਕ ਨਹੀਂ ਲਾ ਸਕਦੀਆਂ ਤੇ ਉਹ ਪੁੱਤਰ ਕਿਸੇ ਹੋਰ ਦੀ ਧੀ ਦਾ ਬਲਾਤਕਾਰ ਕਰਦਾ ਤਾਂ ਮਾਂ ਹੀ ਜ਼ਿੰਮੇਵਾਰ ਹੈ, ਉਹਨੂੰ ਆਪਣਾ ਰੋਲ ਅਦਾ ਕਰਨਾ ਹੀ ਨਹੀਂ ਆਇਆ। ਜੀ, ਤੇ ਕਿਤੇ ਨਾ ਕਿਤੇ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਪਛਾਣਨ ਦੀ ਲੋੜ ਹੈ। ਮੈਡਮ, ਇੱਕ ਆਖਰੀ ਸਵਾਲ ਸੀ ਸਾਡੇ ਕੋਲ, ਸਰਬਜੀਤ ਸਿੰਘ ਪੁੱਛ ਰਹੇ ਸੀ ਕਿ ਇਹ ਜਿਹੜੀ ਲਹਿਰ ਹੈ ਹੁਣ ਤਾਂ ਵੈਸੇ ਦਿਨੋਂ ਦਿਨ ਇਹਦੀ ਵਾਧਾ ਹੀ ਹੋ ਰਿਹਾ, ਕਿਤੇ ਨਾ ਕਿਤੇ ਅੱਜ ਹੋਰ ਕੱਲ ਹੋਰ, ਮਤਲਬ ਵੀ ਚੜ੍ਹਦੀ ਕਲਾ ਵਿੱਚ ਹੀ ਹੈ। ਕਹਿੰਦੇ ਕਿ ਲੰਬੇ ਸਮੇਂ ਲਈ ਜੇ ਹੋਰ ਵੀ ਇਹਨੂੰ ਕਿੱਦਾਂ ਆਪਾਂ ਜ਼ਿਆਦਾ ਕਰ ਸਕਦੇ ਹਾਂ, ਕਿ ਹੋਰ ਵੀ ਇਹਨੂੰ ਜੇ ਆਪਾਂ ਵੱਡੇ ਪੱਧਰ ਤੇ ਲੈ ਕੇ ਜਾਣਾ ਹੋਵੇ। ਦੇਖੋ 9 ਮਹੀਨੇ ਤੱਕ ਤਾਂ ਮੈਂ ਜਿਵੇਂ ਦੱਸਿਆ ਅਸੀਂ ਘੇਰੇ ਵਿੱਚ ਭੁੱਖੇ ਭਾਣੇ ਵੀ ਰਹਿ ਕੇ ਲੰਘਾ ਗਏ ਸਾਡੇ ਵੱਡੇ ਵਡੇਰੇ, ਤੇ ਉਹਨਾਂ ਨੂੰ ਵੀ ਬਾਗੀ ਕਹਿ ਕੇ ਇਸੇ ਤਰ੍ਹਾਂ ਹੀ ਯਾਨੀ ਮਾਰ ਮੁਕਾਉਂਦੇ ਰਹੇ। ਕਿੰਨੇ ਗੱਡਿਆਂ ਦੇ ਭਰ ਦਿੱਤੇ ਸਿੰਘਾਂ ਦੇ ਸਿਰਾਂ ਨਾਲ, ਤੋਪਾਂ ਦੇ ਸਾਹਮਣੇ ਰੱਖ ਕੇ ਉਡਾ ਦਿੱਤੇ ਗਏ, ਯਾਨੀ ਹਰ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਸਿੰਘ ਮੁੱਕੇ ਨਹੀਂ। ਇਹੋ ਕੁਛ ਅੱਜ ਦੇ ਦਿਨ ਵੀ ਦੱਸਣਾ ਚਾਹੁੰਦੀ ਆ। ਇਹੋ ਜਿਹੇ ਸੰਘਰਸ਼ ਜਿਹੜੇ ਕਿਰਤੀਆਂ ਨੇ ਖੜੇ ਕੀਤੇ ਹੋਣ, ਯਾਦ ਕਰਿਓ ਜਦੋਂ ਬੰਦਾ ਸਿੰਘ ਬਹਾਦਰ ਜੀ ਤੁਰੇ ਸਨ ਤਾਂ ਕੌਣ ਨਾਲ ਤੁਰੇ ਸਨ? ਖੇਤਾਂ ਦੇ ਵਿੱਚੋਂ ਹੀ ਲੋਕ ਤੁਰੇ ਸਨ ਮੁਗਲ ਸਮਰਾਜ ਦਾ ਸਾਹਮਣਾ ਕਰਨ ਲਈ। ਰੰਬੇ ਲੈ ਕੇ, ਦਾਤੀਆਂ ਲੈ ਕੇ, ਆਰੀਆਂ ਲੈ ਕੇ, ਕੀ ਕਰਨਾ ਸੀ ਇਹਨਾਂ ਨਾਲ? ਰੰਬੇ ਦਾਤੀਆਂ ਨੇ ਕਿਹਨਾਂ ਨੂੰ ਖਤਮ ਕਰਨਾ ਸੀ? ਪਰ ਫਿਰ ਕੀ ਵਾਪਰਿਆ? ਸਰਹੰਦ ਦੀ ਇੱਟ ਨਾਲ ਇੱਟ ਖੜਕੀ, ਕਿਉਂਕਿ ਮਨ ਵਿੱਚ ਇਹ ਡੂੰਘਾ ਉਕਰ ਗਿਆ ਸੀ ਕਿ ਜ਼ੁਲਮ ਹੋਇਆ ਤੇ ਜ਼ੁਲਮ ਅਸੀਂ ਨਹੀਂ ਸਹਿਣਾ। ਬਿਲਕੁਲ ਇਹੋ ਕੁਝ ਇਨ ਬਿਨ ਇਹੋ ਕੁਝ ਹੋ ਰਿਹਾ ਕਿ ਜ਼ੁਲਮ ਹੋਇਆ ਅੱਤ ਦਾ, ਅਸੀਂ ਇਹ ਜ਼ੁਲਮ ਇਹ ਜ਼ਬਰ ਨਹੀਂ ਸਹਿਣਾ। ਤੇ ਉਹੀ ਕਿਰਤੀ ਨੇ ਅੱਜ ਤਾਂ ਰੰਬੇ ਦਾਤੀਆਂ ਵੀ ਨਹੀਂ, ਅੱਜ ਤਾਂ ਉਹ ਲੰਗਰ ਲੈ ਕੇ ਖੜੇ ਨੇ ਸੇਵਾ ਕਰਨ ਨੂੰ। ਇਸ ਦੇ ਸਾਹਮਣੇ ਕੋਈ ਜ਼ੁਲਮ ਦੀ ਦੀਵਾਰ ਟਿਕ ਨਹੀਂ ਸਕਦੀ। ਦੁਨੀਆ ਦਾ ਹਰ ਕੋਨਾ ਇਸ ਵੇਲੇ ਹੱਕ ਵਿੱਚ ਇੱਥੇ ਖੜਾ ਹੈ। ਇਸ ਤੋਂ ਵੱਡਾ ਜਿਹਾਦ ਨਾ ਕਦੇ ਸੰਘਰਸ਼ ਸ਼ਾਂਤਮਈ ਹੋਇਆ, ਨਾ ਕਦੇ ਹੋ ਸਕਦਾ ਜੇ। ਸੋ ਇਹਨੂੰ ਹੋਰ ਫੈਲਾਉਣ ਲਈ ਅਸੀਂ ਅਰਦਾਸ ਹੀ ਸਿਰਫ ਕਰ ਸਕਦੇ ਹਾਂ, ਹੇ ਵਾਹਿਗੁਰੂ ਅਸੀਂ ਜਿਉਂਦੇ ਜੀ, ਜੇ ਪਹਿਲਾਂ ਕਹਿੰਦੇ ਸਨ ਜਿਸਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ, ਜਿਉਂਦੇ ਜੀ ਸਵਰਗ ਦੇ ਦਰਸ਼ਨ ਜ਼ਰੂਰ ਕਰ ਲਏ ਜਾਣ। ਜਿਸਨੇ ਸਿੰਘੂ ਬਾਰਡਰ, ਜਿਸਨੂੰ ਕਿ ਅੱਜ ਕੱਲ ਅਸੀਂ ਹੁਣ ਲੋਕ ਸਿੰਘਪੁਰਾ ਹੀ ਕਹਿਣ ਲੱਗ ਗਏ ਨੇ, ਜਾਂ ਟਰਾਲਿਸਤਾਨ, ਖਾਲਿਸਤਾਨ ਤਾਂ ਉਹਨਾਂ ਨੇ ਬਣਾਉਣਾ, ਅਸੀਂ ਟਰਾਲਿਸਤਾਨ ਤਾਂ ਬਣਾ ਹੀ ਦਿੱਤਾ। ਤੇ ਉਹ ਅਸੀਂ ਜਿਹੜਾ ਟਰਾਲਿਸਤਾਨ ਨਹੀਂ ਗਿਆ ਨਾ, ਉਹ ਜੰਮਿਆ ਹੀ ਨਹੀਂ, ਕਿਉਂਕਿ ਉਹ ਮਾਹੌਲ ਵੇਖਣਾ ਬਹੁਤ ਜ਼ਰੂਰੀ ਜੇ। ਤੇ ਜਿਸ ਤਰੀਕੇ ਅੱਜ ਮਾਵਾਂ ਦੀ ਉੱਥੇ ਅਸੀਸ ਜੇ, ਮੈਂ ਇੱਕ ਜ਼ਰੂਰ 2 ਤੁਕਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਅਖੀਰ ਚ ਚਾਹਨੀ ਆ। ਤੇਰੇ ਜਬਰ ਵਾਲੀ, ਜੇ ਦਿੱਲੀ ਦਾ ਤਖਤ ਸੁਣਦਾ ਹੋਵੇ ਤਾਂ ਤੇਰੇ ਜਬਰ ਵਾਲੀ ਸਾਡੇ ਸਬਰ ਵਾਲੀ, ਹਰ ਬੁੱਲ ਤੇ ਦਾਸਤਾਂ ਰਹਿਣੀ। ਤੇਰੇ ਜਬਰ ਵਾਲੀ ਸਾਡੇ ਸਬਰ ਵਾਲੀ, ਹਰ ਬੁੱਲ ਤੇ ਦਾਸਤਾਂ ਰਹਿਣੀ। ਤੇਰੇ ਰਾਜ ਦਾ ਸ਼ਾਇਦ ਹੀ ਕੁਝ ਲੱਭੇ, ਸਾਡੀ ਹਿੱਕ ਤੇ ਫਤਿਹਗੜ੍ਹ ਦੀ ਪਛਾਣ ਰਹਿਣੀ। ਜੀ, ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਵਾਲੀਆਂ ਲਾਈਨਾਂ। ਤੇ ਮੈਡਮ ਮੈਨੂੰ ਲੱਗਦਾ ਕਿ ਸਾਡਾ ਕੋਈ ਵੀ ਸੁਣਨ ਵਾਲਾ ਰਿਹਾ ਨਹੀਂ ਹੋਣਾ ਕਿ ਜਿਹਦੇ ਅੰਦਰ ਇੰਨਾ ਮੋਟੀਵੇਸ਼ਨ ਭਰ ਗਿਆ, ਇੱਕ ਵਾਰੀ ਜ਼ਰੂਰ ਜਾ ਕੇ ਆਏਗਾ। ਤੇ ਡਾਕਟਰ ਸਾਹਿਬ ਤੁਸੀਂ ਆਪਣਾ ਟਾਈਮ ਕੱਢਿਆ ਤੇ ਸਾਡੇ ਨਾਲ ਰੂਬਰੂ ਹੋਏ, ਤੁਹਾਡਾ ਇਹਦੇ ਲਈ ਬਹੁਤ ਬਹੁਤ ਧੰਨਵਾਦ। ਤੇ ਮੈਨੂੰ ਲੱਗਦਾ ਹੈ ਕਿ ਇੱਕ ਇੰਸਪੀਰੇਸ਼ਨ ਦਾ ਇੱਕ ਨਵਾਂ ਲੈਵਲ ਸਾਡੇ ਸਾਰਿਆਂ ਦੇ ਵਿੱਚ ਹੋਇਆ। ਤੇ ਸੁਣਨ ਵਾਲਿਆਂ ਦਾ ਵੀ ਸਭ ਦਾ ਧੰਨਵਾਦ। ਡਾਕਟਰ ਹਰਸ਼ਿੰਦਰ ਕੌਰ ਦਾ ਬਹੁਤ ਬਹੁਤ ਧੰਨਵਾਦ। ਸ਼ਾਇਦ ਉਹਨਾਂ ਦਾ ਡਿਸਕਨੈਕਟ ਹੋ ਗਿਆ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਬਹੁਤ ਮਾਣ ਮਹਿਸੂਸ ਹੋਇਆ ਤੁਹਾਡੇ ਨਾਲ ਜੁੜ ਕੇ, ਤੇ ਕੋਸ਼ਿਸ਼ ਕਰਾਂਗੇ ਜ਼ਰੂਰ ਤੁਹਾਡੇ ਨਾਲ ਫਿਰ ਕਦੇ ਮੁਲਾਕਾਤ ਹੋਵੇ, ਰੂਬਰੂ ਹੋਵੇ। ਬਹੁਤ ਅੱਛਾ ਲੱਗਿਆ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਮੈਮ।